ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪੰਜਵਾ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੁਆ ਪਾਰ ਬ੍ਰਹਮ ਸਹਾਈ। ਸੂਖ ਸਹਿਜ ਆਨੰਦ ਘਣੇ, ਗੁਰਪੂਰਾ ਪੂਰੀ ਜਾ ਕੀ ਬਾਣੀ। ਆਨਕ ਗੁਣਾ ਜਾ ਕੇ ਜਾਹੇ ਨਾ ਗਣੇ, ਮਾਤ ਪਿਤਾ ਸੁਤ ਬੰਧਪ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗ ਅਟਲ ਸ਼ਬਦ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੀ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੇ ਰਚਨਹਾਰ, ਗੁਰ ਅਰਜਨ ਪ੍ਰਤੱਖ ਹਰ, ਹਰੀ ਦਾ ਪ੍ਰਤੱਖ ਸਰਗੁਣ ਰੂਪ, ਸੱਚਖੰਡ ਦੇ ਮਾਲਕ, ਜੋ ਉੱਪਰਲੇ ਸੱਚਖੰਡ ਦੇ ਵੀ ਮਾਲਕ, ਹੇਠਲੇ ਦੇ ਵੀ ਮਾਲਕ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਈਸ਼ੋ ਪਾਵਨ ਬਿਲਾਵਲ ਰਾਗ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਨੇ। ਗੁਰਸਿੱਖ ਦਾ ਨਿਸ਼ਚਾ ਸ੍ਰੀ ਗੁਰੂ ਨਾਨਕ ਦੇਵ ਜੀ ਉੱਪਰ, ਵਾਹਿਗੁਰੂ ਜੀ ਉੱਪਰ ਕੈਸਾ ਹੋਣਾ ਚਾਹੀਦਾ, ਪਿਆਰ ਨਾਲ ਸੁਣੋ। ਮਾਤ ਪਿਤਾ ਸੁਤ ਬੰਧਪ ਭਾਈ, ਜੋ ਬੱਚੇ ਦੇ ਮਾਂ ਪਿਓ ਹੁੰਦੇ ਨੇ ਉਹਨਾਂ ਨੂੰ ਸਾਰੀ ਉਮਰ ਇਹੀ ਹੰਕਾਰ ਲੈ ਕੇ ਬੈਠਾ ਰਹਿੰਦਾ ਕਿ ਮੈਂ ਪਿਓ ਹਾਂ, ਕੋਈ ਕਹਿੰਦਾ ਮੈਂ ਮਾਂ ਹਾਂ। ਤੇ ਇਹ ਹੰਕਾਰ ਹੈ ਜੀਵ ਦੇ ਮਨ ਵਿੱਚ ਵੀ ਮੈਂ ਪਿਓ ਹਾਂ, ਮੈਂ ਤੁਹਾਨੂੰ ਜੰਮਿਆ, ਮੈਂ ਤੁਹਾਨੂੰ ਪਾਲਿਆ, ਮੈਂ ਤੁਹਾਨੂੰ ਪੜ੍ਹਾਇਆ ਲਿਖਾਇਆ, ਮੈਂ ਤੁਹਾਡੇ ਲਈ ਆਹ ਕੀਤਾ ਉਹ ਕੀਤਾ। ਇਹ ਸੁਣ ਸੁਣ ਕੇ ਕੰਨ ਪੱਕ ਜਾਂਦੇ ਨੇ। ਕਿੰਨਾ ਹੰਕਾਰ ਹੈ ਬੰਦੇ ਦੇ ਮਨ ਵਿੱਚ। ਜੇ ਵਾਹਿਗੁਰੂ ਜੀ ਆ ਕੇ ਮਾਂ ਪਿਓ ਨੂੰ ਪੁੱਛੇ ਵੀ ਤੁਸੀਂ ਜੰਮਣ ਵਾਲੇ ਕੌਣ ਹੋ ਬਈ, ਆਪਾਂ ਤਾਂ ਨਹੀਂ ਪੁੱਛ ਸਕਦੇ, ਪਰ ਜੇ ਵਾਹਿਗੁਰੂ ਜੀ ਪੁੱਛੇ ਤਾਂ ਕੋਈ ਹੈ ਜਵਾਬ ਮਾਂ ਪਿਓ ਨੂੰ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 30 ਨਵੰਬਰ ਨੂੰ ਅਵਤਾਰ ਗੁਰਪੁਰਬ ਆ ਰਿਹਾ ਤੇ ਗੁਰੂ ਸਾਹਿਬ ਜੀ ਭਾਵੇਂ ਆਪਣਾ ਆਪ ਲੁਕਾ ਕੇ ਉਹਨਾਂ ਨੇ ਰੱਖਿਆ, ਚੋਜ ਕੀਤਾ, ਕਿਉਂਕਿ ਬਾਲ ਲੀਲਾ ਜੋ ਕਰਨੀ ਸੀਗੀ। ਪਰ ਬਾਬਾ ਕਲਿਆਣ ਚੰਦ ਜੀ ਨੂੰ ਇਹੀ ਮਾਣ ਸੀਗਾ ਵੀ ਮੈਂ ਇਸ ਦਾ ਪਿਓ ਹਾਂ। ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਤਾਂ ਸਾਰਿਆਂ ਦਾ ਪਿਓ ਹੈ। ਜੇ ਮਾੜੇ ਕਰਮਾਂ ਨੂੰ ਤੇਰੇ ਘਰ ਜੰਮ ਪਿਆ ਤੇ ਥੋੜੋ ਵੀ ਤੂੰ ਰੋਪ ਪਾਈ ਜਾ, ਝਟਕਾਂ ਦੇਈ ਜਾ।
ਖੁਦ ਪਰਮਾਤਮਾ ਭਗਤੀ ਤੇ ਅਰਦਾਸ ਵੇਖ ਕੇ ਸੁਣ ਕੇ ਇਹਨਾਂ ਦੇ ਘਰ ਆਏ, ਪਰ ਮਾਂ ਪਿਓ ਨੇ ਸਾਰੀ ਉਮਰ ਸਾਰ ਨਹੀਂ ਜਾਣੀ। ਜੋ ਮਨ ਆਇਆ ਉਹੀ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਕਿੰਨੇ ਧੀਰਜ ਵਾਲੇ ਸੀ। ਉਹਨਾਂ ਮਰਿਆਦਾ ਵਿੱਚ ਰਹਿੰਦਿਆਂ ਮੋਹ ਦੀ ਕਨਾਤ ਪਾ ਕੇ ਚੋਜ ਕੀਤੇ, ਨਾਰਾਜ਼ਗੀ ਨਹੀਂ ਕੀਤੀ। ਅੰਤ ਦੇ ਵਕਤ ਉਹਨਾਂ ਨੂੰ ਬ੍ਰਹਮ ਗਿਆਨ ਬਖਸ਼ ਕੇ ਸਭ ਕੁਝ ਦਿਖਾ ਦਿੱਤਾ ਵੀ ਮੈਂ ਸੱਚਖੰਡ ਦਾ ਮਾਲਕ ਹਾਂ। ਤੁਹਾਨੂੰ ਚਾਹੇ ਤਾਂ ਹੁਣੇ ਹੀ ਮਿੰਟਾਂ ਸਕਿੰਟਾਂ 'ਚ ਉੱਥੇ ਪਹੁੰਚਾ ਸਕਦਾ। ਫਿਰ ਤਰਲੇ ਮਾਰਨ ਵੀ ਹੁਣੇ ਪਹੁੰਚਾਓ ਜੀ। ਮਹਾਰਾਜ ਕਹਿੰਦੇ ਇੱਕ ਹਫ਼ਤਾ ਅਜੇ ਤੁਹਾਡੀ ਜ਼ਿੰਦਗੀ ਬਾਕੀ ਹੈ, ਇਹ ਪਿਤਾ ਜੀ। ਸੋ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਇਹ ਹੰਕਾਰ ਹੁੰਦਾ ਹੈ ਕਿ ਮੈਂ ਆਪਦੀ ਮਾਂ ਨੂੰ ਸਾਂਭਦਾ ਹਾਂ, ਮੈਂ ਆਪਦੇ ਪਿਓ ਦੀ ਸੇਵਾ ਕਰਦਾ ਹਾਂ, ਵੱਡਾ ਨਹੀਂ ਕਰਦਾ, ਮੈਂ ਬੜੀ ਸੇਵਾ ਕਰਦਾ ਜੀ। ਕਈਆਂ ਨੂੰ ਦੱਸੂਗਾ ਉਹ ਭਲਿਆ ਲੋਕਾ, ਜਿੰਨਾ ਮਾਂ ਪਿਓ ਦਾ ਤੇਰੇ ਦੇ ਪਰਉਪਕਾਰ ਹੈ ਤੇ ਤੂੰ 100 ਜਨਮ ਵੀ ਲੈ ਕੇ ਸੇਵਾ ਕਰੇ ਤਾਂ ਵੀ ਨਹੀਂ ਉਤਰ ਸਕਦਾ। ਬਾਕੀ ਤੂੰ ਕੌਣ ਹੈ? ਵਾਹਿਗੁਰੂ ਦੇਣ ਵਾਲਾ ਹੈ। ਬੀਬੀ ਰਜਨੀ ਨੇ ਆਪਦੇ ਪਿਓ ਨੂੰ ਇੱਕੋ ਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਮਝਿਆ ਨਹੀਂ। ਆਖਿਆ ਦੁਨੀ ਚੰਦ, ਹੇ ਪਿਤਾ ਜੀ, ਤੈਨੂੰ ਵੀ ਰੱਬ ਦਿੰਦਾ ਤੇ ਮੈਨੂੰ ਵੀ ਵਾਹਿਗੁਰੂ ਦਿੰਦਾ, ਤੂੰ ਰੱਬ ਦੇ ਦਿੱਤੇ ਵਿੱਚੋਂ ਸਾਨੂੰ ਦੇ ਰਿਹਾ। ਜੇ ਬੱਚਾ ਵੀ ਸਮਝੇ ਵੀ ਵਾਹਿਗੁਰੂ ਦੇ ਦਿੱਤੇ ਵਿੱਚੋਂ ਸਭ ਕੁਝ ਹੋ ਰਿਹਾ, ਅਸੀਂ ਕੌਣ ਆ? ਪਰ ਨਹੀਂ ਸਮਝਦੇ। ਸੋ ਬੱਚਿਆਂ ਨੂੰ ਇਹ ਹੰਕਾਰ ਹੈ ਵੀ ਅਸੀਂ ਮਾਂ ਪਿਓ ਸਾਂਭਦੇ ਹਾਂ। ਮਾਂ ਪਿਓ ਨੂੰ ਇਹ ਹੰਕਾਰ ਹੈ ਵੀ ਅਸੀਂ ਇਹਨਾਂ ਦੇ ਪਿਓ ਹਾਂ, ਬਜ਼ੁਰਗ ਹੈ। ਬਜ਼ੁਰਗਪਣੇ ਦਾ ਹੰਕਾਰ ਹੈ, ਮਾਣ ਹੈ। ਸਤਿਗੁਰੂ ਮਹਾਰਾਜ ਸਾਡਾ ਮਾਣ ਤੋੜਦੇ ਨੇ ਵੀ ਨਾ ਤਾਂ ਬੱਚਿਆਂ ਨੂੰ ਤੇ ਨਾ ਮਾਂ ਪਿਓ ਨੂੰ ਕੁਝ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਤਾਂ ਇੱਕ ਪਿਛਲੇ ਜਨਮਾਂ ਦੇ ਸੰਬੰਧ ਸਾਡੇ ਪੈਦਾ ਹੋਏ ਨੇ। ਕੋਈ ਲੈਣ ਦੇਣ ਹੈ ਧੀਆਂ ਪੁੱਤਾਂ ਦੇ ਨਾਲ, ਮਾਂ ਪਿਓ ਦੇ ਨਾਲ। ਪਤਾ ਨਹੀਂ ਰੂਹਾਂ ਕਿੱਥੋਂ ਕਿੱਥੋਂ ਆਈਆਂ ਹਨ, ਸਰੀਰਾਂ ਦੇ ਸੰਬੰਧ ਪੈ ਗਏ ਨੇ। ਜਦ ਵਿੱਚੋਂ ਰੂਹ ਨਿਕਲ ਗਈ, ਸਰੀਰ ਇੱਥੇ ਰਹਿ ਜਾਣਾ ਹੈ। ਉਹਦੇ ਤੋਂ ਬਾਅਦ ਕੌਣ ਕਿਸੇ ਦੀ ਮਾਂ ਤੇ ਕੌਣ ਕਿਸੇ ਦਾ ਪਿਓ ਤੇ ਕੌਣ ਕਿਸੇ ਦੀ ਘਰਵਾਲੀ, ਸਭ ਸੰਬੰਧ ਟੁੱਟ ਜਾਣੇ ਹਨ। ਕੌਣ ਕੋ ਪੂਤ ਪਿਤਾ ਕੋ ਕਾਕੋ, ਕੌਣ ਮਰੇ ਕੋ ਦੇ ਸੰਤਾਪੋ। ਹਰ ਠੱਗ ਜਗ ਕੋ ਠਗੌਰੀ ਲਾਈ, ਹਰ ਕੀ ਵਿਯੋਗ ਕੈਸੀ ਜੀਓ ਮੇਰੀ ਮਾਈ। ਕੀਤਿਆਂ ਕੇ ਬਾਪ, ਪਿਛਲੇ ਜਨਮਾਂ 'ਚ ਅਸੀਂ ਕਿੰਨਿਆਂ ਦੇ ਪਿਓ ਬਣੇ। ਕੀਤਿਆਂ ਕੇ ਬੇਟੇ, ਕਿੰਨਿਆਂ ਦੇ ਅਸੀਂ ਬੇਟੇ ਬਣੇ, ਕਿੰਨੇ ਸਾਡੇ ਬੇਟੇ ਬਣੇ। ਤੇ ਕੀਤੇ ਗੁਰ ਚੇਲੇ ਹੋਏ, ਗੁਰੂ ਚੇਲਾ ਵੀ ਕਈਆਂ ਯੁੱਗਾਂ ਦਾ ਚੱਲਿਆ ਆ ਰਿਹਾ ਹੈ। ਇਸ ਲਈ ਪਤਾ ਨਹੀਂ ਰੂਹਾਂ ਕਦੋਂ ਦੀਆਂ ਤੁਰੀਆਂ ਫਿਰਦੀਆਂ ਨੇ। ਸੋ ਵਾਹਿਗੁਰੂ ਵੱਲ ਸਾਡਾ ਧਿਆਨ ਹੋਣਾ ਚਾਹੀਦਾ। ਅਸਲੀ ਮਾਂ ਸਭ ਸੰਸਾਰ ਦੀ, ਅਸਲੀ ਪਿਓ ਸਭ ਸੰਸਾਰ ਦਾ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੈ, ਜਿਹਦੀ ਕਿਰਪਾ ਦੇ ਨਾਲ ਸਾਨੂੰ ਮਨੁੱਖਾ ਜਨਮ ਮਿਲਿਆ। ਉਹਨੇ ਜਿਵੇਂ ਹੁਕਮ ਕੀਤਾ ਉਹ ਘਰ, ਉਹ ਮਾਂ ਸਾਨੂੰ ਮਿਲੀ। ਉਹਦੀ ਮਰਜ਼ੀ ਦੇ ਨਾਲ ਹੀ ਸਾਡੀ ਪਾਲਣਾ ਪਰਵਿਸ਼ ਹੋ ਰਹੀ ਹੈ। ਭਾਵੇਂ ਕਿ ਉਹ ਸਾਡੀ ਮਾਂ ਰਾਹੀਂ ਦਿੰਦਾ ਹੈ ਜਾਂ ਪਿਓ ਰਾਹੀਂ ਦਿੰਦਾ ਹੈ, ਦੇਣ ਵਾਲਾ ਵਾਹਿਗੁਰੂ ਹੈ। ਸਾਡਾ ਤਾਂ ਪ੍ਰਤੱਖ ਹੀ ਵਾਹਿਗੁਰੂ ਸਭ ਕੁਝ ਹੈ, ਜੋ ਮਾਂ ਦੀ ਤਰ੍ਹਾਂ ਸਾਡੀ ਪ੍ਰਤੱਖ ਪਾਲਣਾ ਕਰ ਰਿਹਾ ਹੈ। ਸਗੀ ਮਾਂ ਤਾਂ ਅੰਮ੍ਰਿਤਸਰ ਬੈਠੀ ਹੋਈ ਹੈ, ਤੇ ਇਸ ਵਾਸਤੇ ਉਹਨੂੰ ਪਤਾ ਵੀ ਨਹੀਂ ਵੀ ਬੱਚੇ ਨੂੰ ਭੁੱਖ ਲੱਗੀ ਹੈ ਤੇ ਮੈਂ ਪ੍ਰਸ਼ਾਦ ਪਾਣੀ ਦੇਣਾ। ਅਸਲੀ ਤਾਂ ਫਿਰ ਗੁਰੂ ਸਾਹਿਬ ਹੀ ਹੋਏ, ਕਿਉਂਕਿ ਸਾਡੀ ਮਾਂ ਹਮੇਸ਼ਾ ਸਾਡੇ ਨਾਲ ਨਹੀਂ ਰਹਿ ਸਕਦੀ। ਜਿੰਨਾ ਮਰਜ਼ੀ ਚਾਹਵੇ ਵੀ, ਕੋਸ਼ਿਸ਼ ਵੀ ਕਰੇ ਤਾਂ ਵੀ ਜ਼ਿੰਦਗੀ ਭਰ ਨਹੀਂ ਰਹਿ ਸਕਦੀ। ਤੋ ਜਿਹੜਾ ਵਾਹਿਗੁਰੂ ਹੈ, ਜਿੱਥੇ ਵੀ ਜਾਈਦਾ ਉੱਥੇ ਮਹਾਰਾਜ ਮਾਂ ਦੀ ਤਰ੍ਹਾਂ ਸਾਨੂੰ ਦੁੱਧ ਪਿਲਾਉਂਦਾ ਹੈ, ਪ੍ਰਸ਼ਾਦ ਛਕਾਉਂਦਾ ਹੈ,
ਲੀੜੇ ਕੱਪੜੇ ਸਾਨੂੰ ਪ੍ਰੋਵਾਈਡ ਕਰਦਾ ਹੈ ਪਿਓ ਦੀ ਤਰ੍ਹਾਂ। ਸੋ ਜੋ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹਰ ਜਗ੍ਹਾ ਸਾਡੀ ਡੇਲੀ ਨੀਡਸ ਪੂਰੀ ਕਰਦਾ ਹੈ। ਇਸ ਲਈ ਸਾਡੀ ਮਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹੀ ਹੈ ਅਸਲ 'ਚ। ਠੀਕ ਹੈ ਕਿ ਵਾਹਿਗੁਰੂ ਨੇ ਜਨਮ ਦਿੱਤਾ ਜਿਸ ਘਰ ਉਹਦਾ ਸਤਿਕਾਰ ਕਰਨਾ ਬਣਦਾ ਹੈ, ਪਰ ਅਸਲੀ ਤਾਂ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਮੈਂ 15-16 ਸਾਲ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਰਿਹਾ ਹਾਂ। ਔਰ ਸਭ ਜ਼ਰੂਰਤਾਂ ਉਹਨਾਂ ਮਹਾਂਪੁਰਖਾਂ ਵੱਲੋਂ ਪੂਰੀਆਂ ਹੋਈਆਂ। ਦਮਦਮੀ ਟਕਸਾਲ ਪਿੰਡਾਂ ਵਾਲਾ ਜਥਾ ਇੱਕ ਇਹੋ ਜਿਹੀ ਸੰਸਥਾ ਹੈ ਸੋ ਜਿਸ ਵਿੱਚ ਬੱਚੇ ਨੂੰ ਘਰ ਦੀ ਤਰ੍ਹਾਂ ਕਿਸੇ ਵੀ ਚੀਜ਼ ਦਾ ਕੋਈ ਫਿਕਰ ਨਹੀਂ, ਉਹ ਮਹਾਂਪੁਰਖਾਂ ਵੱਲੋਂ ਬਖਸ਼ਿਸ਼ ਕੀਤੀ ਜਾਂਦੀ ਹੈ। ਸੰਤ ਕਰਤਾਰ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਖ 13ਵੇਂ ਮੁਖੀ, ਕੋਈ ਬੱਚਾ ਨਵੀਂ ਉਮਰ ਵਾਲਾ ਮਹਾਂਪੁਰਖਾਂ ਦੇ ਚਰਨਾਂ ਵਿੱਚ ਆਇਆ ਤੇ ਆ ਕੇ ਕਹਿਣ ਲੱਗਾ, ਸੰਤ ਜੀ ਇੱਕ ਮੈਂ ਬੇਨਤੀ ਆਪ ਨੂੰ ਕਰ ਸਕਦਾ? ਕਹਿੰਦੇ ਹਾਂ ਭਾਈ ਦੱਸ। ਕਹਿੰਦੇ ਜੀ ਮੇਰੀ ਮਾਂ ਮਰ ਗਈ ਹੈ ਤੇ ਮੇਰੀ ਕੋਈ ਪਾਲਣਾ ਵਾਲਾ, ਮੇਰੀ ਰੱਖਿਆ ਵਾਲਾ, ਮੇਰੀ ਸਾਂਭ ਸੰਭਾਲ ਵਾਲਾ ਕੋਈ ਨਹੀਂ ਹੈ ਤੇ ਤੁਸੀਂ ਕਿਰਪਾ ਕਰੋ। ਮਹਾਂਪੁਰਖ ਕਹਿਣ ਲੱਗੇ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉੱਠ ਕੇ ਖੜੇ ਹੋਏ ਤੇ ਉਸ ਬੱਚੇ ਨੂੰ ਆਪਦੀ ਗਲਵੱਕੜੀ ਕੱਛ 'ਚ ਲੈ ਕੇ ਤੇ ਬੜਾ ਹੀ ਸਿਰ ਤੇ ਹੱਥ ਰੱਖ ਕੇ ਪਿਆਰ ਕੀਤਾ। ਕਹਿੰਦੇ ਅੱਜ ਤੋਂ ਬਾਅਦ ਤੂੰ ਕਦੀ ਇਹ ਨਹੀਂ ਕਹਿਣਾ ਵੀ ਮੇਰੀ ਮਾਂ ਮਰ ਗਈ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆ ਸੰਗਤ ਸਾਡੀ ਮਾਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਸਾਡੀ ਮਾਂ ਹੈ, ਬਾਣੀ ਸਾਡੀ ਮਾਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਾਡੀ ਮਾਂ ਹੈ। ਜਿੰਨਾ ਚਿਰ ਗੁਰਦੁਆਰਾ ਚੱਲ ਰਿਹਾ, ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਜਿੰਨਾ ਚਿਰ ਗੁਰੂ ਨਾਨਕ ਸਾਹਿਬ ਜਿਉਂਦਾ ਜਾਗਦਾ, ਸਾਡੀ ਮਾਂ ਨਹੀਂ ਮਰੀ ਹੋਈ, ਸਾਡੀ ਮਾਂ ਜਿਉਂਦੀ ਹੈ। ਉਹ ਤਾਂ ਸਰੀਰ ਪੰਜ ਭੌਤਿਕ ਹੈ, ਸਰੀਰਾਂ ਦਾ ਸੰਬੰਧ ਜਿੰਨਾ ਚਿਰ ਹੈ ਓਨਾ ਚਿਰ ਹੈ। ਇੱਕ ਗੁਰਮੁਖ ਪਿਆਰੇ ਭਾਈ ਨਿਸ਼ਾਨ ਸਿੰਘ ਜੀ ਇਸ ਵਕਤ USA ਨੇ, ਮਹਾਂਪੁਰਖਾਂ ਨੂੰ ਬਾਣੀ ਸੁਣਾਉਂਦੇ ਤੇ ਪਿੰਡੋਂ ਹੋ ਕੇ ਆਏ। ਕਹਿੰਦੇ ਕਿੱਥੋਂ ਆਇਆ ਬਈ? ਕਹਿੰਦਾ ਜੀ ਸੰਤ ਜੀ ਮੇਰੀ ਮਾਂ ਮਰ ਗਈ। ਮਹਾਂਪੁਰਖ ਕਹਿੰਦੇ ਚੰਗਾ ਹੋਇਆ, ਮੋਈ ਮੇਰੀ ਮਾਈ ਹਉ ਖਰਾ ਸੁਖਾਲਾ, ਪੈਰੋਂ ਨਹੀਂ ਦਗਲੀ ਲੱਗਿਆ ਨਾ ਪਾਲਾ। ਪਿਓ ਸ਼ਹੀਦ ਹੋ ਗਿਆ ਖਾੜਕੂਆਂ ਦੇ ਵਿੱਚ ਤੇ ਮਾਂ ਦਾ ਫਿਕਰ ਸੀਗਾ, ਬਾਰ-ਬਾਰ ਉਹਦੀ ਸੇਵਾ ਸੰਭਾਲ ਲਈ ਜਾਣਾ ਪੈਂਦਾ ਸੀਗਾ। ਉਹਨੂੰ ਚੁੱਪ ਕਰਕੇ ਬਾਣੀ ਪੜ੍ਹ, ਉਹ ਰੱਬ ਦੇ ਘਰ ਚਰਨਾਂ 'ਚ ਪਹੁੰਚ ਗਈ। ਉਹਦਾ ਜਨਮ ਸਫਲ ਹੋ ਗਿਆ। ਦੋਵੇਂ ਮੁੰਡੇ ਕਥਾ ਕੀਰਤਨ ਰਾਗੀ ਢਾਡੀ ਪ੍ਰਚਾਰਕ ਗੁਰੂ ਮਹਾਰਾਜ ਦੀ ਸੇਵਾ ਵਿੱਚ। ਉਹ ਵੇਖੇ ਤਾਂ ਠਾ ਵੀ ਮਹਾਂਪੁਰਖਾਂ ਬਚਨ ਕਿਸ ਤਰ੍ਹਾਂ ਦਾ ਕੀਤਾ। ਕੋਈ ਮਰ ਜਾਏ ਤੇ ਅਫਸੋਸ ਕਰੀਦਾ ਕਿ ਬੜਾ ਮਾੜਾ ਹੋਇਆ ਜੀ, ਬੜਾ ਘਾਟਾ ਪਿਆ ਜੀ। ਇਹ ਸੰਤਾਂ ਨੇ ਕੀ ਕਹਿਤਾ ਵੀ ਚੰਗਾ ਹੋਇਆ, ਕਿਉਂਕਿ ਉਹ ਬਾਣੀ ਸੁਣਾਉਂਦਾ ਸੀਗਾ। 5-6 ਘੰਟੇ ਲਗਾਤਾਰ ਬਾਣੀ ਸੁਣਾਈ ਜਾਣੀ ਜ਼ਬਾਨੀ, ਤੇ ਉਹਨਾਂ ਦਾ ਪਿਆਰ ਬੜਾ ਸੀ। ਜਦ ਉਹਨੇ ਜਾਣਾ ਤੇ ਮਹਾਂਪੁਰਖਾਂ ਦਾ ਦਿਲ ਨਾ ਕਰਨਾ ਭੇਜਣ ਨੂੰ, ਉਹ ਸੁਦੇ ਸਿੱਧੀ ਬਚਨ ਨਿਕਲ ਗਿਆ। ਹੋਇਆ ਤਾਂ ਵਾਹਿਗੁਰੂ ਦੇ ਹੁਕਮ 'ਚ ਜਿੰਨੀ ਉਮਰ ਸੀ ਪੂਰੀ ਹੋਈ। ਸੋ ਇਸ ਵਾਸਤੇ ਅਸਲੀ ਮਾਂ ਤੇ ਅਸਲੀ ਪਿਓ ਤੇ ਜੋ ਸਪੁੱਤਰ ਦੀ ਤਰ੍ਹਾਂ ਜਿਵੇਂ ਪੁੱਤਰ ਨੂੰ ਨਿਸ਼ਾਨ ਮੰਨਦੇ ਨੇ, ਇਉਂ ਸੰਤ ਚੜ੍ਹਾਈ ਕਰ ਜਾਏ ਧਰਮ ਹੀ ਉਹਦਾ ਨਿਸ਼ਾਨ ਹੈ।
ਜਿਹਦੇ ਨਾਲ ਉਸ ਦਾ ਨਾਮ ਰਹਿੰਦਾ। ਹੁਣ ਤੁਸੀਂ ਦੱਸੋ ਵੀ ਬਾਬੇ ਹਨੂਮਾਨ ਸੋਹ ਨੇ ਵਿਆਹ ਕਰਾਇਆ ਸੀ? ਹੈ ਪਤਾ? ਕੋਈ ਪਤਾ ਨਹੀਂ। ਉਹਨਾਂ ਦਾ ਕੋਈ ਧੀ ਪੁੱਤ, ਕੋਈ ਮੁੰਡਾ ਕੁੜੀ ਹੈ ਸੀਗਾ? ਕੋਈ ਪਤਾ ਨਹੀਂ। ਪਰ ਅਸੀਂ ਉਹਨਾਂ ਨੂੰ ਜਾਣਦੇ ਹਾਂ। ਕਿਉਂ ਜਾਣਦੇ ਹਾਂ? ਕਿਉਂਕਿ ਉਹਨਾਂ ਧਰਮ ਕਮਾਇਆ। ਇਉਂ ਪੁੱਤਰ ਨਿਸ਼ਾਨ ਨਹੀਂ ਹੈ, ਧਰਮ ਨਿਸ਼ਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੁਨੀਆ ਦੇ ਮਨ ਵਿੱਚ ਪਿਆ ਭੁਲੇਖਾ ਇਹੀ ਕੱਢਣ ਲਈ ਅਵਤਾਰ ਧਾਰਿਆ। ਸਾਹਿਬਜ਼ਾਦਿਆਂ ਨੂੰ ਜਿਉਂਦੇ ਰੱਖਣਾ ਚਾਹੁੰਦੇ ਤਾਂ ਰੱਖ ਸਕਦੇ ਸੀ। ਜੇ ਚਮਕੌਰ ਦੀ ਜੰਗ 'ਚੋਂ ਆਪ ਨਿਕਲੇ, ਕਿੰਨਾ ਔਖਾ ਸੀਗਾ ਸਾਹਿਬਜ਼ਾਦਿਆਂ ਨੂੰ ਕੱਢਣਾ। ਪਰ ਆਪਦੀ ਮਰਜ਼ੀ ਨਾਲ ਆਖਿਆ ਵੀ ਜਾਓ ਪੁੱਤ। ਦੁਨੀਆ ਕਿਤੇ ਇਹ ਨਾ ਸਮਝੇ ਵੀ ਪੁੱਤ ਲੁਕਾ ਕੇ ਰੱਖ ਲਏ, ਸਾਡੇ ਪੁੱਤ ਸ਼ਹੀਦ ਕਰਵਾ ਦਿੱਤੇ, ਤੁਸੀਂ ਪਹਿਲਾਂ ਜਾਓ। ਨਗਾਰੇ ਤੇ ਚੋਟ ਵੱਜੀ। ਕੋਠਾ ਸੋਹ ਤੇ ਮਦਨ ਸੋਹ ਕਹਿਣ ਲੱਗੇ ਦਰਵਾਜ਼ਾ ਨਹੀਂ ਖੋਲਣਾ। ਮਾਰੇ ਕਹਿੰਦੇ ਖਬਰਦਾਰ ਬਈ, ਕਿਉਂ ਨਹੀਂ ਖੋਲਣਾ? ਮੇਰੇ ਪੁੱਤ ਇਹ ਨਹੀਂ ਹੈ, ਮੇਰੇ ਪੁੱਤ ਤੁਸੀਂ ਵੀ ਹੋ। ਜੇ ਸਾਰੇ ਸ਼ਹੀਦ ਹੋ ਰਹੇ ਨੇ ਤੇ ਇਹ ਕੋਈ ਅਲੋਕਾਰ ਥੋੜ੍ਹਾ ਨੇ। ਖੋਲ ਦੋ ਦਰਵਾਜ਼ਾ। ਕਹਿੰਦੇ ਜੇ ਅਸੀਂ ਜਿਉਂਦੇ ਆ। ਮਾਰੇ ਕਹਿੰਦੇ ਜੁਗ ਜੁਗ ਜਿਉਂਦੇ ਰਹੋ, ਜਿੰਨਾ ਚਿਰ ਜਿਉਂਦੇ ਉਹਨਾਂ ਚਿਰ ਤੁਹਾਡੇ ਪੁੱਤਾਂ ਨੂੰ ਸ਼ਹੀਦ ਨਹੀਂ ਹੋਣ ਦਿਆਂਗੇ। ਮਾਰੇ ਕਹਿੰਦੇ ਨਹੀਂ ਭਾਈ, ਇਸ ਤਰ੍ਹਾਂ ਨਹੀਂ, ਦਰਵਾਜ਼ਾ ਖੋਲੋ, ਤੁਸੀਂ ਵੀ ਮੇਰੇ ਪੁੱਤ ਹੋ, ਮੈਂ ਵੀ ਚਾਹੁੰਦਾ ਕਿ ਤੁਸੀਂ ਜਿਉਂਦੇ ਰਹੋ। ਛੋਟਿਆਂ ਨੂੰ ਵੀ ਚੋਜੀ ਪ੍ਰੀਤਮ ਦੀ ਮਰਜ਼ੀ ਦੇ ਨਾਲ ਸ਼ਹੀਦੀ ਪ੍ਰਾਪਤ ਹੋਈ। ਕੋਈ ਵਿਧੀ ਉਲਟਾ ਸਕਦੀ ਸੀ? ਮੰਨ ਲਓ ਕਿ ਸਾਹਿਬਜ਼ਾਦੇ ਸ਼ਹੀਦ ਹੋ ਗਏ, ਗੁਰੂ ਜੀ ਨੇ ਜੇਰਾ ਵੀ ਕਰ ਲਿਆ। ਮਹਾਰਾਜ ਦੀ ਉਮਰ ਕਿੰਨੀ ਕੁ ਸੀ ਤੁਸੀਂ ਦੱਸੋ? 35 ਤੇ 40 ਦੇ ਕਰੀਬ ਸੀਗੀ, 40 ਤੋਂ ਘੱਟ ਸੀਗੀ। 42 ਸਾਲਾਂ 'ਚ ਤਾਂ ਉਹ ਸਤਿ ਸ੍ਰੀ ਅਕਾਲ ਬੁਲਾ ਗਏ। 40 ਸਾਲ ਤੋਂ ਮਹਾਰਾਜ ਦੀ ਉਮਰ ਘੱਟ ਸੀਗੀ। ਤਖਤ ਸ੍ਰੀ ਦਮਦਮਾ ਸਾਹਿਬ ਮਾਵਾਂ ਰੋਈ ਪਈਆਂ, ਕਹਿੰਦੀਆਂ ਸਾਡੇ ਪੁੱਤ। ਤੇ ਗੁਰੂ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ। ਮਾਤਾ ਅਜੀਤ ਕੌਰ ਤਾਂ ਪਹਿਲਾਂ ਹੀ ਚੜ੍ਹਾਈ ਕਰ ਗਈ। ਜਦ ਉਹਨੂੰ ਸਿਰ ਤੇ ਹੱਥ ਰੱਖ ਕੇ ਸਾਰੇ ਸੀਨ ਦਿਖਾਏ, ਕਹਿੰਦੀ ਮੈਂ ਨਹੀਂ ਵੇਖ ਸਕਦੀ। ਮਾਰੇ ਕਹਿੰਦੇ ਹੋਏਗਾ ਤਾਂ ਇੰਝ ਹੀ, ਜੇ ਤੂੰ ਨਹੀਂ ਵੇਖ ਸਕਦੀ ਤਾਂ ਫਿਰ ਫਤਿਹ ਬੁਲਾ ਦੇ। ਉਹ ਪਹਿਲਾਂ ਹੀ ਚੜ੍ਹ ਗਈ ਸੀ। ਦੋ ਮਾਵਾਂ ਜਿਉਂਦੀਆਂ ਸੀ, ਮਾਤਾ ਸਾਹਿਬ ਦੇਵਾ ਤੇ ਮਾਤਾ ਸੁੰਦਰ ਕੌਰ। ਗੁਰੂ ਜੀ ਨੇ ਉਹਨਾਂ ਦੇ ਸਵਾਲਾਂ ਦਾ ਧੀਰਜ ਨਾਲ ਉੱਤਰ ਦਿੱਤਾ। ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਭਇਆ, ਜੀਵਤ ਲੱਖ ਹਜ਼ਾਰ ਕਹਿ ਕੇ ਉਹਨਾਂ ਦੇ ਮਨ ਨੂੰ ਸ਼ਾਂਤ ਕੀਤਾ। ਜੇ ਮਹਾਰਾਜ ਚਾਹੁੰਦੇ ਤੇ ਮਾਫ ਕਰਨਾ। ਗੁਰੂ ਮਹਾਰਾਜ ਆਪ ਦੇ ਪਰਿਵਾਰ ਵਿੱਚ ਵਾਧਾ ਕਰ ਸਕਦੇ ਸੀ, ਹੋਰ ਸਾਹਿਬਜ਼ਾਦੇ ਪ੍ਰਗਟ ਕਰ ਸਕਦੇ ਸੀ। ਪਰ ਮਹਾਰਾਜ ਉਹਨਾਂ ਨੇ ਲੋਕਾਂ ਦੇ ਮਨਾਂ 'ਚੋਂ ਭੁਲੇਖਾ ਕੱਢਿਆ ਵੀ ਕੁਲਾਂ ਪੁੱਤਾਂ ਨਾਲ ਨਹੀਂ ਚੱਲਦੀਆਂ, ਨਿਸ਼ਾਨ ਪੁੱਤਾਂ ਨਾਲ ਨਹੀਂ ਹੁੰਦੇ, ਧਰਮ ਦੇ ਨਿਸ਼ਾਨ ਹੁੰਦੇ ਨੇ। ਤੁਸੀਂ ਵੇਖੋ ਫਤਿਹਗੜ੍ਹ ਸਾਹਿਬ ਨਿਸ਼ਾਨ ਸਾਹਿਬ ਝੂਲਦੇ ਨੇ, ਕਿੰਨੇ ਜੋੜ ਮੇਲੇ ਆ ਹੁਣ ਆ ਰਿਹਾ ਹੈ। ਚਮਕੌਰ ਸਾਹਿਬ ਕਿੰਨਾ ਸੁੰਦਰ ਅਸਥਾਨ, ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਕਿੰਨੀ ਜੈ ਜੈਕਾਰ ਹੈ, ਕਿੰਨੀ ਦੁਨੀਆ ਉਹਨਾਂ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੁੰਦੀ ਹੈ। ਇਹ ਧਰਮ ਦੀ ਨਿਸ਼ਾਨੀ ਹੈ। ਇਸ ਲਈ ਪੁੱਤਰ ਦੀ ਤਰ੍ਹਾਂ ਨਿਸ਼ਾਨ ਵੀ ਸਾਡਾ ਗੁਰੂ ਸਾਹਿਬ ਧਰਮ ਹੀ ਹੈ। ਬੰਧਪ ਸੰਬੰਧੀਆਂ ਦੀ ਤਰ੍ਹਾਂ ਸਹਾਇਤਾ ਕਰਨ ਵਾਲਾ ਵੀ ਸਾਡਾ ਵਾਹਿਗੁਰੂ ਹੈ। ਨਹਿ ਚਿੰਤਾ ਮਾਤ ਪਿਤ ਭਰਾਤੈ, ਨਹਿ ਚਿੰਤਾ ਕਛ ਲੋਕ ਕਹਿ। ਇਹ ਤਾਂ ਦੁਨਿਆਵੀ ਸੰਬੰਧ ਨੇ, ਆਪਾਂ ਵਾਧੂ ਦੀ ਚਿੰਤਾ ਚੁੱਕੀ ਹੋਈ ਹੈ। ਸੋ ਸੰਬੰਧੀਆਂ ਨੂੰ ਵੀ ਵਾਹਿਗੁਰੂ ਪਾਲਦਾ, ਮਾਂ ਪਿਓ ਦੀ ਵੀ ਉਹੀ ਪਾਲਣਾ ਕਰ ਰਿਹਾ। ਤੋ ਜਿਵੇਂ ਸੰਬੰਧੀ ਸਹਾਇਤਾ ਕਰਦੇ ਨੇ, ਇੱਕ ਦੂਜੇ ਦੀ ਮਦਦ ਆਪਾਂ ਸਹਾਇਤਾ ਵਾਸਤੇ ਕਿ ਲੋੜ ਵੇਲੇ ਸਾਡੇ ਕੰਮ ਆਉਣਗੇ ਤਾਂ ਕਰਦੇ ਹਾਂ। ਇਉਂ ਜਿਹੜਾ ਵਾਹਿਗੁਰੂ ਹੈ, ਜੇ ਉਹਨੂੰ ਆਪ ਦਾ ਮਿੱਤਰ ਸੰਬੰਧੀ ਮੰਨ ਲਾਂਗੇ ਤਾਂ ਉਹ ਵੀ ਔਖੀ ਵੇਲੇ ਸਹਾਇਤਾ ਕਰੇਗਾ। ਇਉਂ ਸੰਬੰਧੀਆਂ ਦੀ ਤਰ੍ਹਾਂ ਲੋੜ ਵੇਲੇ ਮਦਦਗਾਰ ਉਹ ਵੀ ਵਾਹਿਗੁਰੂ ਹੈ, ਤੇ ਭਰਾ ਦੀ ਤਰ੍ਹਾਂ ਉਹ ਵੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ, ਨਹਿ ਚਿੰਤਾ ਮਾਤ ਪਿਤ ਭਰਾਤੈ। ਆਪਦੀ ਮਾਂ ਪਿਓ ਭਰਾ ਇਹਨਾਂ ਵਾਸਤੇ ਚਿੰਤਾ ਕਰਨੀ ਫਜ਼ੂਲ ਹੈ, ਵਿਅਰਥ ਹੈ, ਨਾ ਕਰ ਚਿੰਤਾ। ਨਹਿ ਚਿੰਤਾ ਕਛ ਲੋਕ ਕਹਿ। ਤੂੰ ਆਪਣੀ ਅੰਮੜੀ ਬਾਬਲ ਤੇ ਵੀਰ ਦਾ ਬਹੁਤ ਫਿਕਰ ਨਾ ਕਰ, ਤੇ ਦੋਸਤਾਂ ਦਾ ਵੀ ਭੋਰਾ ਜਿੰਨਾ ਵੀ ਫਿਕਰ ਨਾ ਕਰ।
ਤੇ ਨਾ ਹੀ ਆਮ ਲੋਕਾਂ ਦਾ ਤੂੰ ਫਿਕਰ ਕਰ। ਜਿਵੇਂ ਪੰਚਾਂ ਸਰਪੰਚਾਂ ਤੇ ਅਹੁਦੇਦਾਰਾਂ ਨੂੰ ਹੁੰਦਾ, ਉਹਨਾਂ ਦੀ ਦੌੜ ਕੇਵਲ ਨੀਂਹ ਪੱਥਰ ਰੱਖਣ ਦੀ, ਤੇ ਉਹ ਜਿਹੜਾ ਪੱਥਰ ਉਦਘਾਟਨ ਵਾਲਾ ਉਹਦੇ ਤੋਂ ਪਰਦਾ ਪਰੇ ਕਰਨ ਦੀ ਹੁੰਦੀ ਹੈ, ਜੈ ਜੈਕਾਰ ਕਰਾਉਣ ਦੀ। ਉਹ ਤੋਂ ਬਾਅਦ ਨਹੀਂ ਮੁੜ ਕੇ ਆਉਂਦੇ। ਤੇ ਜੇ ਕੁਛ ਕਰਦੇ ਨੇ ਤੇ ਉਹਨਾਂ ਦੇ ਮਨ ਦੇ ਵਿੱਚ ਮਾਣ ਵੀ ਅਸੀਂ ਨਾ ਹੋਈਏ ਤੇ ਕੁਝ ਸਵਾਰੇ ਹੀ ਨਾ ਕੋਈ, ਆਪਾਂ ਹੀ ਸਭ ਕੁਝ ਸਵਾਰਦੇ ਹਾਂ। ਇਸ ਲਈ ਮਹਾਰਾਜ ਕਹਿੰਦੇ ਵੀ ਲੋਕਾਂ ਦੀ ਚਿੰਤਾ ਤੁਸੀਂ ਨਾ ਕਰੋ, ਵਾਹਿਗੁਰੂ ਨੂੰ ਚਿੰਤਾ ਹੈ। ਨਹਿ ਚਿੰਤਾ ਬਣਤਾ ਸੁਤ ਮੀਤ, ਇਸਤਰੀ ਪੁੱਤਰ ਮਿੱਤਰ ਤੇ ਹੋਰ। ਸੋ ਜਿੰਨੇ ਵੀ ਲੋਕ ਹਨ ਇਹਨਾਂ ਦੀ ਵੀ ਕੋਈ ਚਿੰਤਾ ਨਾ ਕਰ। ਪਰ ਵਿਰਤ ਮਾਇਆ ਸੰਬੰਧਨ ਹੈ, ਉਹਨਾਂ ਨਾਲ ਬਹੁਤ ਜ਼ਿਆਦਾ ਰੁਝਣਾ ਤੇ ਮੋਹਣੀ ਨਾਲ ਰਿਸ਼ਤਾ ਗੰਢਣ ਦੇ ਤੁਲ ਦੀ ਤਰ੍ਹਾਂ ਹੈ, ਬਰਾਬਰ ਹੈ। ਇਸ ਲਈ ਇਹ ਮਾਇਆ ਦੇ ਸੰਬੰਧ ਸੈਨ ਸਾਕ ਸਭ ਭਾਈ, ਇਹ ਸਭ ਮਾਇਆ ਦੇ ਸੰਬੰਧ ਨੇ। ਤੇ ਅਸਲੀ ਲੋੜ ਪੈਣ ਤੇ ਮਰਨ ਤੋਂ ਬਾਅਦ ਕੋਈ ਕੰਮ ਆਉਣ ਵਾਲਾ ਨਹੀਂ। ਦਇਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਬ ਜੀਵ ਪ੍ਰਤਪਾਲਕ ਹੈ। ਕੇਵਲ ਇੱਕ ਭਾਗਾਂ ਵਾਲਾ ਪਰਮਾਤਮਾ ਹੀ ਮਾਇਆਵਾਨ ਹੈ, ਦਇਆਵਾਨ ਹੈ, ਤੇ ਕੇਵਲ ਉਹੀ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ। ਸਭਨਾਂ ਦਾ ਮਾਂ ਪਿਓ, ਸਭਨਾਂ ਕਾ ਮਾਂ ਪਿਓ ਆਪ ਹੈ। ਸਭਨਾਂ ਦਾ ਮਾਂ ਪਿਓ ਉਹ ਖੁਦ ਆਪ ਅਕਾਲ ਪੁਰਖ ਵਾਹਿਗੁਰੂ ਹੈ। ਨਾਨਕ ਹੋਆ ਪਾਰ ਬ੍ਰਹਮ ਸਹਾਈ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਇਹਨਾਂ ਸਭਨਾਂ ਦੀ ਥਾਂ ਅੰਤ ਨੂੰ ਪਾਰ ਬ੍ਰਹਮ ਪਰਮੇਸ਼ਰ ਹੀ ਸਹਾਇਕ ਹੁੰਦਾ ਹੈ। ਮਰਨ ਤੋਂ ਬਾਅਦ ਤਾਂ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ ਵਾਹਿਗੁਰੂ ਤੋਂ ਬਗੈਰ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਸੇ ਪ੍ਰਕਾਰ ਅੰਤਰੀ ਵਰਤ ਸੁਣੋ ਜੀ। ਮਾਤ ਪਿਤਾ ਸੁਤ ਬੰਧਪ ਭਾਈ, ਖਿਮਾ ਰੂਪੀ ਮਾਂ, ਸੰਤੋਖ ਰੂਪ ਪਿਤਾ, ਬ੍ਰਹਮ ਗਿਆਨ ਰੂਪੀ ਪੁੱਤਰ, ਵਿਵੇਕ ਵੈਰਾਗ ਰੂਪ ਸੰਬੰਧੀ, ਤੇ ਸ਼ਰਵਣ ਮੰਨਣ ਆਦਿਕ ਰੂਪ ਭਾਈ। ਪਰਿਵਾਰ ਇਹ ਪਰਮੇਸ਼ਰ ਦਾ। ਨਾਨਕ ਹੁਆ ਪਾਰ ਬ੍ਰਹਮ ਸਹਾਈ। ਪਰਮੇਸ਼ਰ ਦੀ ਸਹਾਈ ਹੋਣ ਕਰਕੇ ਹੀ ਇਹ ਸਾਰੇ ਸ਼ੁਭ ਗੁਣ ਗੁਰਮੁਖਾਂ ਨੂੰ ਸਾਨੂੰ ਮਿਲੇ ਹਨ। ਸੂਖ ਸਹਿਜ ਆਨੰਦ ਘਣੇ, ਪੂਰਨ ਗੁਰੂ ਦੀ ਕਿਰਪਾ ਕਰਕੇ ਆਤਮਿਕ ਆਨੰਦ, ਗਿਆਨ, ਸ਼ਾਂਤੀ ਤੇ ਬਹੁਤ ਆਨੰਦ ਪ੍ਰਾਪਤ ਹੋਏ ਹਨ। ਗੁਰਪੂਰਾ ਪੂਰੀ ਜਾ ਕੀ ਬਾਣੀ। ਜੋ ਪੂਰਾ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਸੇ ਪਾਤਸ਼ਾਹੀਆਂ ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਪੂਰਨ ਹਨ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ, ਹਰ ਜਿਸ ਦੇ ਅਨੇਕਾਂ ਹੀ ਗੁਣ ਉਹ ਗਿਣੇ ਨਹੀਂ ਜਾ ਸਕਦੇ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਗਲ ਸਰੰਜਾਮ ਕਰੇ ਪ੍ਰਭ ਆਪੇ, ਸਾਰੇ ਜੀਵਾਂ ਦੀ ਉਤਪਤੀ, ਪਾਲਣਾ, ਕਲਿਆਣ ਆਦਿਕ ਦੇ ਇੰਤਜ਼ਾਮ ਪਰਮੇਸ਼ਰ ਆਪ ਹੀ ਕਰ ਕਰਾ ਰਿਹਾ ਹੈ। ਭਈ ਮਨੋਰਥ ਸੋ ਪ੍ਰਭ ਜਾਪੇ, ਉਸ ਪਰਮੇਸ਼ਰ ਦੇ ਨਾਮ ਜਪਿਆ ਸਾਰੇ ਮਨ ਦੇ ਸੰਕਲਪ ਪੂਰਨ ਹੋ ਜਾਂਦੇ ਹਨ। ਸੋ ਮਹਾਰਾਜ ਕਹਿੰਦੇ ਨੇ ਕਿ ਜਨ ਕੇ ਪੂਰਨ ਹੋਏ ਕਾਮ। ਕਾਮ ਦਾ ਅਰਥ ਹੈ ਕਾਮਨਾਵਾਂ। ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰਾਖੀ ਰਾਮ। ਅਰਥ ਧਰਮ ਕਾਮ ਮੋਖ ਕਾ ਦਾਤਾ। ਅਰਥ ਦਾ ਮਤਲਬ ਹੈ ਧਨ ਪਦਾਰਥ, ਕੈਸ਼ ਮਣੀ, ਵਿਚਾਰ ਦੇਣ ਵਾਲਾ, ਜੋ ਧਰਮ ਦੀ ਰੱਖਿਆ ਕਰਨ ਵਾਲਾ, ਕਾਮ ਸਭ ਕਾਮਨਾਵਾਂ ਚਾਹਨਾ ਪੂਰੀਆਂ ਕਰਨ ਵਾਲਾ, ਤੇ ਮੋਖ ਮੁਕਤੀ ਦਾ ਦਾਤਾ ਉਹ ਪਰਮੇਸ਼ਰ ਹੈ ਇੱਕੋ ਇੱਕ। ਉਹਦੇ ਤੋਂ ਬਗੈਰ
ਭਾਵੇਂ ਕੋਈ ਮੁੱਖ ਮੰਤਰੀ ਵੀ ਹੈ, ਭਾਵੇਂ ਪ੍ਰਧਾਨ ਮੰਤਰੀ, ਭਾਵੇਂ ਕੋਈ ਰਾਸ਼ਟਰਪਤੀ, ਭਾਵੇਂ ਕੋਈ ਓਬਾਮੇ ਦਾ ਪਿਓ ਵੀ, ਬਿਲ ਕਲਿੰਟਨ ਦਾ ਵੀ ਕੋਈ ਆ ਜਾਏ, ਸਾਰੀ ਉਮਰ ਬੰਦੇ ਦੀ ਲੋੜ ਨਹੀਂ ਕੋਈ ਪੂਰੀ ਕਰ ਸਕਦਾ। ਕੋਈ ਰਾਜਾ ਮਹਾਰਾਜਾ ਆਪਦੇ ਘਰ ਹੋਵੇਗਾ। ਗੁਰਦੁਆਰੇ ਇੱਕੋ ਇੱਕ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਜਿੰਦਾਬਾਦ ਹੈ, ਧੰਨ ਗੁਰੂ ਰਾਮਦਾਸ ਜੀ ਜਿੰਦਾਬਾਦ ਹੈ। ਸਰਕਾਰ ਵੇਖੋ ਭੁੱਖਮਰੀ ਦਾ ਸ਼ਿਕਾਰ ਹੋਈ ਪਈ ਆ, ਭਾਵੇਂ ਸੱਚ ਹੈ ਜਾਂ ਝੂਠ ਹੈ, ਕਹਿੰਦੇ ਖਜ਼ਾਨਾ ਖਾਲੀ ਆ, ਤਨਖਾਹਾਂ ਵਾਸਤੇ ਮੁਲਾਜ਼ਮ ਰੋਂਦੇ ਪਏ ਨੇ, ਤੇ ਸ਼੍ਰੋਮਣੀ ਕਮੇਟੀ ਵੇਖੋ ਮਾਲਾ ਮਾਲ ਹੈ। ਗੁਰੂ ਰਾਮਦਾਸ ਜੀ ਦੇ ਚਰਨਾਂ ਦੀ ਸੇਵਾਦਾਰ ਜੂ ਆ, ਕੋਈ ਹੈ ਘਾਟਾ? ਜਕਾਰੇ ਛੱਡਦੇ ਨੇ ਸਾਰੇ। ਮਹਾਰਾਜ ਦਾ ਲੰਗਰ ਵੇਖੋ 5-5 ਮੰਜ਼ਿਲਾ, ਗੋਰੇ ਆ ਕੇ ਫਰੀ ਕਿਚਨ ਪੜ੍ਹ ਕੇ ਹੈਰਾਨ ਹੁੰਦੇ ਨੇ ਵੀ ਪੈਸਾ ਕੋਈ ਨਹੀਂ, ਕਿਉਂਕਿ ਦਿੱਲੀੋਂ ਹੀ ਬੰਦਾ ਪਹੁੰਚ ਜਾਏ ਉੱਥੇ ਬਹਿਣ ਦੇ ਵੀ ਪੈਸੇ ਨੇ। 100 ਰੁਪਈਆ ਦਿਓ ਤਾਂ ਏਅਰਪੋਰਟ 'ਤੇ ਕੁਰਸੀ ਮਿਲੂਗੀ, ਜਿਹਨੂੰ ਕਹਿੰਦੇ ਵੇਟਿੰਗ ਹਾਲ ਦੇ ਚਾਰਜਸ। ਖਲੋਣ ਦੇ ਵੀ ਪੈਸੇ ਨੇ, ਸਟੇਸ਼ਨ 'ਤੇ ਚਲੇ ਜਾਓ, ਕਿਤੇ ਚਲੇ ਜਾਓ, 10-20 ਰੁਪਈਆਂ ਦੀ ਕਹਿੰਦੇ ਟਿਕਟ ਕਟਾਓ ਤਾਂ ਅੱਗੇ ਜਾ ਸਕਦੇ ਹੋ। ਕਿਸੇ ਨੂੰ ਚੜ੍ਹਾਉਣ ਵੀ ਜਾਣਾ, ਉਹ ਐਂਟਰੀ ਪਾਸ ਇਸ ਬਹਾਨੇ ਨਾਲ ਪੈਸੇ ਠੱਗਦੇ ਨੇ। ਕਿਤੇ ਵੀ ਤੁਸੀਂ ਆਪ ਦਾ ਵਹੀਕਲ ਖਲੋਣਾ, ਕਹਿੰਦੇ ਰੁਪਈਏ 10 ਜਾਂ 20 ਕੱਢੋ। ਖਲੋਣ ਦੇ ਵੀ ਪੈਸੇ ਨੇ, ਬਹਿਣ ਦੇ ਵੀ ਪੈਸੇ ਨੇ। ਇੰਨੀ ਭੁੱਖਮਰੀ ਹੈ ਦੁਨੀਆ ਦੇ ਵਿੱਚ। ਲੋਕ ਗੱਲਾਂ ਦੇ ਵੀ ਪੈਸੇ ਵੱਟਦੇ ਨੇ। ਆਹ ਵਕੀਲ ਗੱਲਾਂ ਦਾ ਖੱਟਿਆ ਹੀ ਖਾਂਦੇ ਨੇ। ਕਹਿੰਦੇ ਕੀ ਕਰੀਏ ਜੀ, ਬੱਚਿਆਂ ਦੀ ਪੜ੍ਹਾਈ ਹੈ, ਕਿਰਾਇਆ ਹੈ, 50,000 ਰੁਪਈਏ ਤੋਂ ਤਾਂ ਘੱਟ ਗੱਲ ਨਹੀਂ ਕਰਦੇ। ਜੇ ਤੁਸੀਂ ਪੁੱਛੋ ਵੀ ਕੇਸ ਪਾਸ ਹੋ ਜਾਏਗਾ, ਉਹ ਕਹਿੰਦੇ ਸਾਨੂੰ ਕੀ ਪਤਾ, ਆਪਣਾ ਤਾਂ ਕੰਮ ਇਹਨੂੰ ਵਾਚ ਕੇ ਅੱਗੇ ਪੇਸ਼ ਕਰਨਾ, ਅੱਗੇ ਤੁਹਾਡੀ ਆਪਦੀ ਹੈ। ਤੇ ਇਸ ਵਾਸਤੇ ਆਹ ਡਾਕਟਰ ਜੋ ਹੈ 2 ਅੱਖਰਾਂ ਦੀ ਦਵਾਈ ਲਿਖਦਾ, ਉਹਦੀ ਵੀ ਲਿਖਾਈ ਪੜ੍ਹੀ ਨਹੀਂ ਜਾਂਦੀ, ਤੇ ਉਹ ਵੀ ਵੇਖੋ ਰੁਪਈਆ 500 ਹੈ 4 ਅੱਖਰ ਲਿਖਣ ਦਾ। ਇੱਕੋ ਇੱਕ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿੱਥੇ ਸਭ ਕੁਝ ਫਰੀ ਦਿੱਤਾ ਜਾਂਦਾ ਹੈ। ਜਿਹੜੀ ਚੀਜ਼ ਫਰੀ ਦੀ ਮਿਲੀ ਹੋਵੇ, ਮੂਰਖ ਬੰਦਾ ਉਸ ਦੀ ਕੀਮਤ ਨੂੰ ਨਹੀਂ ਜਾਣਦਾ, ਉਹਨੂੰ ਵੇਸਟ ਸਮਝ ਕੇ। ਆ ਪਿੰਗਲਵਾੜੇ ਵਾਲੇ ਨੇ, ਉਹ ਹੱਥਾਂ 'ਚ ਲਿਟਰੇਚਰ ਫੜਾਉਂਦੇ ਨੇ। ਕਈ ਲੋਕ ਕਹਿੰਦੇ ਨਾ ਵੀ ਇਹੋ ਜੀ ਲਿਟਰੇਚਰ ਵੰਡੋ, ਤੁਸੀਂ ਗੇਟ 'ਤੇ ਖੜ੍ਹ ਕੇ ਕਿੰਨੀ ਮਰਜ਼ੀ ਸੋਹਣੀ ਅਤੇ ਕੀਮਤੀ ਕਿਤਾਬ ਵੰਡਣ ਸ਼ੁਰੂ ਕਰ ਦਿਓ, ਲੋਕ ਇੱਥੋਂ ਫੜਨਗੇ ਅਤੇ ਜੋੜਿਆਂ 'ਚ ਲਿਆ ਕੇ ਰੱਖ ਦੇਣਗੇ। ਇੰਨੀ ਨਹੀਂ ਅਕਲ ਵੀ ਸੁੱਚੇ ਹੱਥਾਂ ਨਾਲ ਫੜਨੀ ਹੈ ਅਤੇ ਆਪਦੇ ਘਰ ਰੁਮਾਲਿਆਂ 'ਚ ਲਪੇਟ ਕੇ ਰੱਖਣੀ ਹੈ, ਕਿਉਂਕਿ ਫਰੀ ਜੋ ਮਿਲੀ ਹੈ। ਫਰੀ ਦੀ ਕੀਮਤ ਨਹੀਂ ਕੋਈ ਜਾਣਦਾ। ਜੇ ਮੁੱਲ ਬੰਦਾ ਲਊਗਾ, ਉਹਨੂੰ ਪੜ੍ਹੂਗਾ ਵੀ, ਬੱਚਿਆਂ ਨੂੰ ਵੀ ਪੜ੍ਹਾਊਗਾ। ਤੋ ਇਸ ਵਾਸਤੇ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਾਤ ਹੈ। ਖੰਡੇ ਬਾਟੇ ਦਾ ਅੰਮ੍ਰਿਤ ਤੁਸੀਂ ਵੇਖੋ ਵੀ 5 ਪਿਆਰਿਆਂ ਨੇ ਸੀਸ ਭੇਟਾ ਕਰਕੇ ਤੇ ਉਹਨੂੰ ਪ੍ਰਾਪਤ ਕੀਤਾ। ਫਿਰ ਜਦ ਗੁਰੂ ਜੀ ਨੇ ਡਿਮਾਂਡ ਕੀਤੀ ਤੇ ਉਹ ਮਹਾਰਾਜ ਨੂੰ ਨਾ ਸੱਚੀ ਗੱਲ ਕਹਿ ਦਿੱਤੀ ਵੀ ਜੇ ਤਾਂ ਆਪ ਨੇ ਮੁਫਤ ਦਿੱਤਾ ਹੈ ਫਿਰ ਤਾਂ ਲੈ ਲਓ, ਤੁਸੀਂ ਮੁਫਤ ਨਹੀਂ ਦਿੱਤਾ, ਤੁਸੀਂ ਸੀਸ ਦੀ ਭੇਟਾ ਲੈ ਕੇ ਅੰਮ੍ਰਿਤਪਾਨ ਕਰਾਇਆ ਹੈ ਜੀ। ਤੇ ਮਹਾਰਾਜ ਵੈਰਾਗ ਵਿੱਚ ਆ ਕੇ ਕਹਿਣ ਲੱਗੇ ਕਿ ਇੱਕ ਸੀਸ ਦੀ ਤੁਸੀਂ ਗੱਲ ਕਰਦੇ ਹੋ, ਉਹ ਤਾਂ ਮੈਂ ਆਪ ਦੇ ਪਿਤਾ ਜੀ ਦਾ ਤੁਹਾਨੂੰ ਪਹਿਲਾਂ ਹੀ ਦੇ ਚੁੱਕਾ ਹਾਂ। ਏਡੀ ਛੇਤੀ ਚੇਤਾ ਭੁਲਾ ਲਿਆ? ਕਹਿੰਦੇ ਜੀ ਹਾਂ। ਪਰ ਇੱਕ ਗੱਲ ਦੱਸੋ, ਸਿੱਖ ਵੀ ਇੱਕ ਸਿਰ ਦੇਵੇ ਤੇ ਗੁਰੂ ਵੀ ਇੱਕ ਸਿਰ ਦੇਵੇ, ਫਿਰ ਤੁਹਾਡੇ ਸਾਡੇ 'ਚ ਫਰਕ ਕੀ ਰਹਿ ਗਿਆ? ਤੁਹਾਡੇ ਤੋਂ ਕੁਛ ਵੱਧ ਭੇਟਾ ਚਾਹੀਦੀ ਆ। ਤੇ ਮਹਾਰਾਜ ਕਹਿੰਦੇ ਗੁਰਮੁਖੋ ਮੈਨੂੰ ਅੰਮ੍ਰਿਤ ਤਾਂ ਛਕਾਓ, ਮੈਨੂੰ ਸਿੰਘ ਤਾਂ ਬਣਾਓ। ਮੇਰੇ ਮਨ ਦੇ ਵਿੱਚ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨ ਦੀ ਬੜੀ ਪ੍ਰਬਲ ਇੱਛਾ ਹੈ। ਅੰਮ੍ਰਿਤ ਦੀ ਦਾਤ ਮੈਨੂੰ ਦਿਓ ਤੇ ਮੈਂ ਤੁਹਾਨੂੰ ਜੇ ਕਹੋ ਤੇ ਲਿਖ ਕੇ ਦੇ ਦਿੰਦਾ। ਆਪ ਦੇ ਨਾਲ ਮੈਂ ਬਚਨ ਕਰੂੰਗਾ, ਸੀਸ ਮੇਰਾ ਵੀ ਹਾਜ਼ਰ ਹੁਣੇ ਲਾ ਲਓ, ਤੇ ਪਰ ਮੈਂ ਪ੍ਰਣ ਕਰਦਾ ਵੀ ਮੈਂ ਲੋਕੇ ਨਹੀਂ ਰਹੂੰਗਾ। ਆਪ ਦੇ ਪਰਿਵਾਰਕ ਮੈਂਬਰਾਂ ਸਮੇਤ ਜਦੋਂ ਵੀ ਲੋੜ ਪਏਗੀ ਮੈਂ ਵਾਰੀ ਸਮੇਂ ਮੁਤਾਬਕ ਸਭ ਕੁਛ ਹੀ ਤੁਹਾਨੂੰ ਭੇਟਾ ਕਰਕੇ ਜਾਊਂਗਾ।
ਆਪ ਦਾ ਕੁਝ ਲੁਕਾ ਕੇ ਨਹੀਂ ਰੱਖੂੰਗਾ। ਇਹ ਕਲਗੀਧਰ ਮਹਾਰਾਜ ਨੇ ਬਹੁਤ ਕੀਮਤ ਤਾਰੀ ਹੈ, ਪਰ ਅੱਜ ਫਰੀ ਖਾਤੇ ਸਭ ਕੁਝ ਮਿਲ ਰਿਹਾ ਹੈ। ਸੋ ਇੱਥੇ ਦਸਵੀਂ ਦੀ ਦਸਵੀਂ ਅੰਮ੍ਰਿਤ ਸੰਚਾਰ ਹੁੰਦਾ ਹੈ। ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਸਭ ਤੋਂ ਵੱਡੀ ਦਾਤ ਹੈ। ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸੀ। ਕੋਈ ਤੁਹਾਨੂੰ ਪੈਸਾ ਦੇ ਸਕਦਾ ਹੈ, ਕੋਈ ਤੁਹਾਨੂੰ ਰੋਟੀ ਖਵਾ ਸਕਦਾ ਹੈ, ਕੋਈ ਤੁਹਾਨੂੰ ਰਹਿਣ ਦੀ ਜਗ੍ਹਾ ਪ੍ਰੋਵਾਈਡ ਕਰਾ ਸਕਦਾ ਹੈ, ਪਰ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਬ੍ਰਹਮ ਗਿਆਨ ਦੀ ਬਖਸ਼ਿਸ਼ ਹੈ, ਨਾਮ ਦੀ ਦਾਤ ਹੈ, ਆ ਜਿਹੜੀ ਸ਼ਾਂਤੀ ਤੁਹਾਨੂੰ ਇੱਥੇ ਬੈਠ ਕੇ ਮਿਲ ਰਹੀ ਹੈ, ਇਹ ਨਹੀਂ ਕੋਈ ਦੇ ਸਕਦਾ। ਪੈਸੇ ਨਾਲ ਹਰੇਕ ਚੀਜ਼ ਖਰੀਦੀ ਜਾ ਸਕਦੀ ਹੈ। ਹਵਾਈ ਜਹਾਜ਼ ਤੱਕ ਲੋਕਾਂ ਦੇ ਆਪਣੇ ਨੇ। ਅਮਰੀਕਾ ਦੇ ਵਿੱਚ ਉਹ ਆਪਦੇ ਫਾਰਮ ਹਾਊਸ ਦੇ ਹੈਲੀਕਾਪਟਰ ਨਾਲ ਚੱਕਰ ਲਾਉਂਦੇ ਨੇ। ਪਰ ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਹੜੀ ਦਾਤ ਸੁਖ ਸ਼ਾਂਤੀ ਤੰਦਰੁਸਤੀ ਨਾਮ ਦੀ ਬ੍ਰਹਮ ਗਿਆਨ ਦੀ ਸ਼ਰਧਾ ਸਤ ਸੰਤੋਖ ਆਦਿ ਗੁਣਾਂ ਦੀ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੁੰਦੀ ਹੈ, ਉਹ ਕਿਤੋਂ ਨਹੀਂ ਪ੍ਰਾਪਤ ਹੋ ਸਕਦੀ। ਕਿਉਂ ਮਹਾਰਾਜ ਦੁਨਿਆਵੀ ਕਾਮਨਾਵਾਂ ਵੀ ਪੂਰੀਆਂ ਕਰਦਾ, ਅਰਥ ਮਾਇਆ ਵੀ ਬਖਸ਼ਦਾ ਹੈ, ਧਰਮ ਵੀ ਦਿੰਦਾ ਹੈ, ਕਾਮਨਾਵਾਂ ਵੀ ਪੂਰੀਆਂ, ਮੁਕਤੀ ਦਾ ਵੀ ਦਾਤਾ ਹੈ। ਮੁਕਤੀ ਤਾਂ ਗੁਰੂ ਸਾਹਿਬ ਤੋਂ ਬਗੈਰ ਕੋਈ ਦੇ ਹੀ ਨਹੀਂ ਸਕਦਾ। ਪੂਰੀ ਭਈ ਸਿਮਰ ਸਿਮਰ ਵਿਧਾਤਾ, ਉਹ ਫਲ ਪ੍ਰਦਾਤਾ ਪ੍ਰਮਾਤਮਾ ਯਾਦ ਕਰ ਕਰਕੇ ਗੁਰਮੁਖ ਜਨਾਂ ਦੀ ਘਾਲ ਕਮਾਈ ਤੇ ਸਭ ਪੂਰੀ ਕਰ ਦਿੰਦਾ ਹੈ। ਭਾਵ ਵਾਹਿਗੁਰੂ ਜੀ ਦਾ ਸਿਮਰਨ ਕਰਨ ਤੋਂ ਜਿੰਨੀ ਵੀ ਘਾਲ ਕਮਾਈ ਗੁਰਸਿੱਖਾਂ ਦੀ ਉਹ ਥਾਈਂ ਪੈ ਗਈ ਹੈ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਸੋ ਇੱਕ ਤਿਲ ਮਾਤਰ ਵੀ ਮਹਾਰਾਜ ਕਿਸੇ ਦੀ ਘਾਲ ਕਮਾਈ ਨੂੰ ਫਜ਼ੂਲ ਨਹੀਂ ਜਾਣ ਦਿੰਦਾ। ਕੋਈ ਆਮ ਸਰਦਾਰ ਦਾ ਕੰਮ ਕਰੋ, ਉਹ ਵੀ ਮਜ਼ਦੂਰੀ ਦੇ ਕੇ ਤੋਰਦਾ। ਕਈ ਗਿਫਟ ਪੈਕ ਦਿੰਦਾ ਦੀਵਾਲੀ ਤੇ, ਬੜਾ ਕੁਛ ਲੋਕਾਂ ਵੰਡਿਆ। ਤੇ ਜਿਹੜਾ ਸ਼ਹਿਨਸ਼ਾਹ ਹੈ, ਸਭਨਾਂ ਦਾ ਪਿਤਾ ਵਾਹਿਗੁਰੂ ਹੈ, ਗੁਰੂ ਸਾਹਿਬ ਹੈ, ਇਹ ਸਿੱਖ ਨੂੰ ਕਿਵੇਂ ਖਾਲੀ ਜਾਣ ਦੇਵੇਗਾ। ਦੁਨਿਆਵੀ ਚੀਜ਼ਾਂ ਤਾਂ ਝੁੰਗੇ 'ਚ ਹੀ ਮਿਲਦੀਆਂ ਨੇ। ਸਭ ਤੋਂ ਉੱਤਮ ਤਾਂ ਨਾਮ ਬ੍ਰਹਮ ਗਿਆਨ ਦੀ ਦਾਤ, ਉਹ ਵੀ ਮਹਾਰਾਜ ਬਖਸ਼ਿਸ਼ ਕਰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਕੇ ਬਸ ਹੈ ਕਾਮ ਧਿਨ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨ। ਸਾਧ ਸੰਗ ਨਾਨਕ ਰੰਗ ਮਾਣਿਆ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਸ੍ਰੇਸ਼ਟ ਸੰਤ ਜਨਾਂ ਦੀ ਸੰਗਤ 'ਚ ਮਿਲ ਕੇ ਗੁਰਮੁਖ ਜਨਾਂ ਨੇ ਆਨੰਦ ਮਾਣਿਆ ਹੈ। ਸਗਲ ਆਨੰਦ ਕੀਆ ਪਰਮੇਸ਼ਰ। ਵਾਹਿਗੁਰੂ ਜੀ ਨੇ ਆਪਦੀ ਸੰਗਤ ਆਪਦੇ ਘਰ ਵਿੱਚ ਨਾਨਕ ਕਹਿ ਘਰ ਕੇਵਲ ਨਾਮ ਦੀ ਬਖਸ਼ਿਸ਼ ਕਰਕੇ ਆਨੰਦ ਹੀ ਆਨੰਦ ਬਣਾ ਦਿੱਤਾ ਹੈ। ਘਰ ਆਇਆ ਪੂਰਾ ਗੁਰ ਆਣਿਆ। ਜਦ ਪੂਰੇ ਗੁਰਾਂ ਨੇ ਲਿਆਂਦਾ ਤਾਂ ਗੁਰਮੁਖਾਂ ਦਾ ਮਨ ਸਰੂਪ ਰੂਪੀ ਘਰ ਵਿੱਚ ਆ ਕੇ ਅਸਥਿਤ ਹੋ ਗਿਆ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਵਿੱਚ ਸ਼ੋਭਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰੱਬ ਨਿਧਾਨ ਪੂਰਨ ਗੁਰਦੇਵ। ਪੂਜਨੀਕ ਗੁਰੂਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਖਜ਼ਾਨਿਆਂ ਦੇ ਨਾਲ ਲਬਾਲਬ ਭਰੇ ਹੋਏ ਹਨ। ਲਾਦ ਖਜ਼ਾਨਾ ਗੁਰੂ ਨਾਨਕ ਕੋ ਦੀਆ। ਗੱਡਿਆਂ ਦੇ ਗੱਡੇ ਪਤਾ ਨਹੀਂ ਅੰਤ ਹੀ ਕੋਈ ਨਹੀਂ ਜੋ ਰੱਬ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਤੋਰਿਆ ਹੋਇਆ ਖਜ਼ਾਨਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੀਆਂ ਚਾਬੀਆਂ ਉਹ ਗੁਰੂ ਨਾਨਕ ਸਾਹਿਬ ਨੂੰ ਹੀ ਦਿੱਤੀਆਂ ਹੋਈਆਂ ਨੇ। ਤੇ ਗੱਡਿਆਂ ਦੇ ਗੱਡੇ ਸਟੋਰਾਂ ਦੇ ਸਟੋਰ ਭਰੇ ਮਹਾਰਾਜ ਨੂੰ ਬਖਸ਼ਿਸ਼ ਕੀਤੇ ਵਾਹਿਗੁਰੂ ਨੇ। ਖੁਦ ਆਪ ਹੀ ਪਰਮਾਤਮਾ ਭਗਵਾਨ ਨੇ। ਗਾਂ ਉਹਨੇ ਆਪਦੇ ਸੰਤਾਂ ਨੂੰ ਕੁੰਜੀਆਂ ਫੜਾਤੀਆਂ ਵੀ ਅੱਗੇ ਦੀ ਅੱਗੇ ਜਿਹੜਾ ਤੁਹਾਨੂੰ ਵੀ ਮਿਲੇ ਉਹਨਾਂ ਨੂੰ ਵੀ ਤੁਸੀਂ ਦੇ ਸਕਦੇ ਹੋ।
ਜਿਹੜੀ ਗੱਲ ਕਿਸੇ ਤੋਂ ਪੂਰੀ ਨਾ ਹੋਏ, ਜੇ ਕੋਈ ਸਾਧੂ ਸੰਤ ਪੂਰਨ ਬ੍ਰਹਮ ਗਿਆਨੀ ਅਰਦਾਸ ਕਰ ਦੇਵੇ, ਮਹਾਰਾਜ ਉਹਦੀ ਵੀ ਮੰਨਦਾ ਹੈ। ਸਾਧ ਕੈ ਸੰਗ ਨਾਹੀ ਕਛ ਕਹਾਲ, ਦਰਸ਼ਨ ਭੇਟਤ ਹੋਤ ਨਿਹਾਲ। ਸੋ ਲਾਦ ਖਜ਼ਾਨਾ ਗੁਰੂ ਨਾਨਕ ਕੋ ਦੀਆ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਖਜ਼ਾਨਾ ਲੱਦ ਕੇ ਵਾਹਿਗੁਰੂ ਜੀ ਨੇ ਭੇਜਿਆ, ਖਾਲੀ ਹੱਥ ਨਹੀਂ ਤੋਰਿਆ। ਕਲਗੀਧਰ ਮਹਾਰਾਜ ਨੂੰ ਵੀ ਵੇਖੋ ਕਿੰਨੀਆਂ ਬਖਸ਼ਿਸ਼ਾਂ ਦੇ ਕੇ ਤੋਰਿਆ। ਨਾਲ ਸੇਵਾਦਾਰ ਭਾਈ ਬਾਲਾ ਤੇ ਮਰਦਾਨਾ ਗੁਰੂ ਨਾਨਕ ਸਾਹਿਬ ਨਾਲ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵੇਖੋ ਕਿੰਨੇ ਸੇਵਾਦਾਰ। ਗੁਰੂ ਹਰਗੋਬਿੰਦ ਸਾਹਿਬ ਦੀ ਕਿੰਨੀ ਫੌਜ, ਕਲਗੀਧਰ ਮਹਾਰਾਜ ਦੇ ਕਿੰਨੇ ਸੇਵਾਦਾਰ ਹੇਮਕੁੰਟ ਸਾਹਿਬ ਤੋਂ ਨਾਲ ਹੀ ਭੇਜੇ। ਤੇ ਸਭ ਰਿੱਧੀਆਂ ਸਿੱਧੀਆਂ ਖਜ਼ਾਨੇ ਇੱਥੇ ਪ੍ਰਗਟ ਹੋਏ। ਇੱਕ ਵਾਰ ਮਰਦਾਨੇ ਦਾ ਮਨ ਮਸੋਸਿਆ ਜਿਹਾ ਗਿਆ। ਕਈ ਵਾਰ ਬਹੁਤੀਆਂ ਢਿੱਲੀਆਂ ਜਿਹੀਆਂ ਗੱਲਾਂ ਕਰਦਾ ਸੀਗਾ। ਇੱਕ ਤਾਂ ਪਟਨਾ ਸਾਹਿਬ ਦੀ ਸਾਖੀ ਹੈ। ਇਹਦਾ ਪਿਛਲਾ ਨਾਮ ਸੀ ਬਸ਼ੰਬਰਪੁਰ। ਭੁੱਖ ਨਾ ਜਾਨ ਨਿਕਲ ਜਾਏ, ਤਰਲੇ ਮਾਰੀ ਜਾਏ ਵੀ ਮਹਾਰਾਜ ਕੁਝ ਖਵਾਓ। ਜਿਸ ਤਰ੍ਹਾਂ ਬੱਚਿਆਂ ਨੂੰ ਚਾਹੀਦਾ ਵੀ ਆ ਗਿਆ ਪਿੰਡ, ਆ ਗਿਆ ਪਿੰਡ, ਇਉਂ ਗੁਰੂ ਸਾਹਿਬ ਜੀ ਕਹਿ ਕੇ ਮਸਾਂ ਹੀ ਉੱਥੇ ਬਸ਼ੰਬਰਪੁਰ ਲੈ ਆਏ। ਤੇ ਕੋਈ ਨਹੀਂ ਮਰਦਾਨਿਆ, ਥੋੜ੍ਹਾ ਹੌਸਲਾ ਕਰ। ਕਹਿੰਦਾ ਜੀ ਮੈਂ ਤਾਂ ਇੱਥੇ ਹੀ ਡਿੱਗ ਪੈਣਾ, ਮੇਰੇ ਕੋਲ ਤਾਂ ਤੁਰਿਆ ਨਹੀਂ ਜਾਂਦਾ। ਕਹਿੰਦੇ ਆ ਬਸ ਆ ਨੇੜੇ ਹੀ ਆ ਸ਼ਹਿਰ। ਉਹ ਇੰਨਾ ਖਫੇ ਹੋਇਆ, ਕਹਿੰਦਾ ਤੁਸੀਂ ਲਾਰਾ ਲਾਈ ਜਾਂਦੇ ਹੋ, ਸ਼ਹਿਰ ਆ ਗਿਆ, ਸ਼ਹਿਰ ਆਏਗਾ, ਜੇ ਆ ਜਾਊਗਾ ਤਾਂ ਮੈਂ ਕੀ ਉਹਨੂੰ ਸਿਰ 'ਤੇ ਚੁੱਕਣਾ। ਸ਼ਹਿਰ 'ਚ ਬਾਣੀਆਂ ਬੈਠੇ ਨੇ, ਉਹ ਮੇਰੇ ਵਰਗੇ ਸਾਧ ਨਾਲ ਗੱਲ ਕਰਨਗੇ, ਪੱਲੇ ਤਾਂ ਮੇਰੇ ਕੱਖ ਹੈ ਨਹੀਂ। ਲੋਕ ਇੰਜ ਥੋੜ੍ਹੋਂ ਦੇਣਗੇ ਖਾਣ ਨੂੰ, ਨਾ ਕੋਈ ਮਾਇਆ ਨਾ ਧੇਲਾ। ਸ਼ਹਿਰ ਆਊਗਾ ਤਾਂ ਮੈਂ ਕੀ ਕਰ ਲਊਂਗਾ। ਇਸ ਤਰ੍ਹਾਂ ਸਿੱਧਾ ਹੀ ਕਹਿਤਾ ਜੀ। ਮਰਾਸੀ ਜੋ ਸੀਗਾ, ਬੋਲੀ ਇੰਜ ਦੀ ਹੋਈ ਸੀਗੀ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਮਜਾਲ ਹੈ ਕਿਤੇ ਗੁੱਸਾ ਕਰਨ, ਹੱਸ ਕੇ ਟਾਲ ਦਿੰਦੇ ਸੀ। ਮੁਸਕਰਾ ਕੇ ਕਹਿਣ ਲੱਗੇ, ਮਰਦਾਨਾ ਜੀ ਤੇਰੇ ਕੋਲ ਵਾਹਿਗੁਰੂ ਨੇ ਏਡਾ ਵੱਡਾ ਖਜ਼ਾਨਾ ਦਿੱਤਾ, ਸ਼ਾਇਦ ਤੈਨੂੰ ਪਤਾ ਨਹੀਂ ਹੈ। ਕਹਿੰਦਾ ਜੀ ਮੈਨੂੰ ਤਾਂ ਦਿਖਿਆ ਨਹੀਂ। ਤੇ ਮਾਰੇ ਕਹਿੰਦੇ ਦਿਖਾਵਾਂ ਫਿਰ? ਕਹਿੰਦੇ ਜੀ ਹਾਂ ਦਿਖਾਓ। ਗੁਰਾਂ ਨੇ ਆਪ ਦਾ ਪੈਰ ਮਾਰਿਆ, ਮਿੱਟੀ 'ਚ ਚਰਨ ਮਾਰਿਆ। ਕਹਿੰਦੇ ਚੁੱਕ ਲਾ। ਇੱਕ ਬੜਾ ਸੋਹਣਾ ਲੁਸ਼ ਲੁਸ਼ ਕਰਦਾ ਕੀਮਤੀ ਲਾਲ ਉਹ ਮਿੱਟੀ 'ਚ ਭਾਈ ਮਰਦਾਨੇ ਨੂੰ ਦੇਖਿਆ। ਉਹਨੇ ਚੁੱਕ ਕੇ ਝਾੜ ਝੂੜ ਕੇ ਮੱਥਾ ਟੇਕਿਆ। ਮਰ ਕਹਿੰਦੇ ਜਾ ਲੈ ਜਾ, ਜੋ ਤੈਨੂੰ ਚਾਹਣਾ ਹੋਏਗੀ ਇਹਨੂੰ ਵੇਚ ਕੇ ਤੂੰ ਛਕ ਲਈ। ਉਹ ਸਾਲਸਰੇ ਜੌਹਰੀ ਦੇ ਕੋਲ ਗੁਰੂ ਸਾਹਿਬ ਨੇ ਭੇਜਿਆ ਤੇ ਉਹਨੇ 100 ਰੁਪਈਆ ਤਾਂ ਉਹੀ ਮੱਥਾ ਟੇਕਿਆ, ਦਰਸ਼ਨੀ ਭੇਟਾ। ਤੇ ਗੁਰੂ ਸਾਹਿਬ ਨੇ ਫਿਰ ਮਰਦਾਨਾ ਜੀ ਨੂੰ ਤੇ ਸਾਲਸਰਾਏ ਜੌਹਰੀ ਨੂੰ, ਰੋਟੀ ਪਾਣੀ ਦੀ ਗੱਲ ਸੀ, ਉਹ ਤਾਂ ਸਾਲਸਰਾਏ ਜੌਹਰੀ ਨੇ ਉਹੀ ਲਿਆਤੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਛਕ ਭਾਈ ਸਾਹਿਬ, ਆਪਾਂ 4 ਗਿਆਨ ਦੀਆਂ ਗੱਲਾਂ ਕਰ ਲਈਏ। ਗੁਰੂ ਸਾਹਿਬ ਕਹਿਣ ਲੱਗੇ, ਸਾਲਸਰਾਏ ਜੌਹਰੀ ਤੈਨੂੰ ਵਾਹਿਗੁਰੂ ਨੇ ਇੰਨੀ ਨੌਲੇਜ, ਇੰਨੀ ਜਾਣਕਾਰੀ ਦਿੱਤੀ ਹੈ ਤੇ ਤੂੰ ਪੱਥਰਾਂ ਦੀ ਕੀਮਤ ਦੇ ਵਿੱਚ ਹੀ ਆਪਦਾ ਟਾਈਮ ਬਰਬਾਦ ਕਰ ਰਿਹਾ। ਆ ਜਿਹੜਾ ਲਾਲ ਹੈ ਇਹ ਆਮ ਨਹੀਂ ਹੈ। ਕਹਿੰਦਾ ਜੀ ਮੈਨੂੰ ਇਸੇ ਵਕਤ ਹੀ ਪਤਾ ਲੱਗ ਗਿਆ, ਉਸੇ ਵਕਤ ਹੀ, ਤਾਂ ਹੀ ਉਹ ਮੈਂ ਮੱਥਾ ਟੇਕਿਆ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਤੈਨੂੰ ਵਾਹਿਗੁਰੂ ਨੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ। ਆਪੇ ਹੀਰਾ ਰਤਨੀ ਆਪੇ ਦੀ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਮਾਈਆਂ ਕੰਠਾ ਪਾਉਂਦੀਆਂ ਨੇ ਨਾ ਗਲ ਵਿੱਚ, ਮੱਥੇ ਤੇ ਟਿੱਕਾ ਲਾਉਂਦੀਆਂ ਨੇ, ਕਾਹਦੇ ਲਈ? ਵੀ ਸੋਭਾ ਹੋਵੇ। ਹਰ ਨਾਮ ਹਿਰਦੇ ਪਰੋਇਆ, ਸਭ ਕਾਜ ਹਮਾਰਾ ਹੋਇਆ। ਗੁਰਸਿੱਖਾਂ ਨੂੰ, ਮਾਈਆਂ ਨੂੰ, ਭਾਈਆਂ ਨੂੰ ਸੋਹਣੇ ਬੜੇ ਸੋਨੇ ਦੇ ਹੀਰੇ ਮੋਤੀਆਂ ਜੜਤ ਟਿੱਕੇ ਮਹਾਰਾਜ ਨੇ ਜਪਜੀ ਸਾਹਿਬ ਦੇ, ਸੁਖਮਨੀ ਸਾਹਿਬ ਦੇ, ਜਿਹੜਾ ਜ਼ਬਾਨੀ ਯਾਦ ਹੈ, ਮੂਲ ਮੰਤਰ ਦੇ, ਗੁਰ ਮੰਤਰ ਦੇ ਕੈਂਠੇ ਇਹ ਗੁਰੂ ਸਾਹਿਬ ਨੇ ਕਥਾ ਕੀਰਤਨ ਦੇ ਬਖਸ਼ਿਸ਼ ਕੀਤੇ ਨੇ। 3 ਮੁਖ ਟਿੱਕੇ ਨਿਕਲੇ, ਜਿਨ ਮਨ ਸੱਚਾ ਨਾਉ ਜੀਓ।
ਉਹਨੇ ਟਿੱਕਿਆਂ ਟੁੱਕਿਆਂ ਨਾਲ ਸ਼ੋਭਾ ਨਹੀਂ ਹੁੰਦੀ ਗਹਿਣਿਆਂ ਨਾਲ, ਜਿੰਨੀ ਮਹਾਰਾਜ ਦੀ ਬਾਣੀ ਨਾਲ, ਵਾਹਿਗੁਰੂ ਜੀ ਦੇ ਨਾਮ ਦੇ ਨਾਲ ਪ੍ਰਾਪਤ ਹੁੰਦੀ ਹੈ। ਮਾਤਾ ਤ੍ਰਿਪਤਾ ਜੀ ਬਾਬਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਆਇਆ ਕਿ ਜਦੋਂ ਦੇ ਗੁਰੂ ਸਾਹਿਬ ਜੀ ਮਾਤਾ ਜੀ ਦੇ ਉਦਰ ਵਿੱਚ ਪ੍ਰਵੇਸ਼ ਕਰ ਗਏ, ਤਦੋਂ ਦੀ ਮਾਤਾ ਦੀ ਸ਼ੋਭਾ ਧੂਣ ਸਵਾਈ ਹੋ ਗਈ। ਉਹਨੇ ਸਾਰੇ ਗਹਿਣੇ ਲਾਹ ਲੂ ਕੇ ਪਰੇ ਰੱਖ ਦਿੱਤੇ। ਕੋਈ ਵੀ ਗਰੀਬ ਗੁਰਬਾ ਆਉਂਦਾ, ਕਿਸੇ ਨੂੰ ਕਿੱਲ ਕਾਂਡੇ, ਕਿਸੇ ਨੂੰ ਮੁੰਦਰੀ ਛਾਪ, ਕਿਸੇ ਨੂੰ ਟਿੱਕਾ, ਕਿਸੇ ਨੂੰ ਹਾਰ, ਸਭ ਦਾਨ ਕਰਤੇ ਉਹਨੇ ਗਰੀਬਾਂ ਨੂੰ। ਜਦ ਬਾਬਾ ਕਲਿਆਣ ਚੰਦ ਨੇ ਵੇਖਿਆ, ਆਖਿਆ ਤ੍ਰਿਪਤਾ ਜੀ ਤੇਰੇ ਗਹਿਣੇ ਕਿੱਥੇ ਗਏ? ਅੱਜ ਕੱਲ੍ਹ ਤੂੰ ਗਹਿਣੇ ਪਾਉਣੇ ਛੱਡ ਦਿੱਤੇ ਨੇ। ਬੀਬੀਆਂ ਦੀ ਸ਼ੋਭਾ ਗਹਿਣਿਆਂ ਨਾਲ, ਅਮੀਰ ਘਰਾਣਿਆਂ ਦੀਆਂ ਬੀਬੀਆਂ ਗਹਿਣਿਆਂ ਤੋਂ ਪਹਿਚਾਣੀਆਂ ਜਾਂਦੀਆਂ। ਸੋਹਣੇ ਸੋਹਣੇ ਕੱਪੜੇ ਗਹਿਣੇ, ਵੀ ਇਹ ਮਾਈਆਂ ਬੀਬੀਆਂ ਅਮੀਰ ਘਰਾਂ ਦੀਆਂ ਹਨ, ਅਮੀਰਾਂ ਦੀਆਂ ਮਾਵਾਂ ਤੇ ਅਮੀਰਾਂ ਦੀਆਂ ਭੈਣਾਂ ਨੇ। ਤੇ ਸੁੱਖ ਨਾਲ ਰੱਬ ਨੇ ਸਾਨੂੰ ਸਭ ਕੁਝ ਦਿੱਤਾ, ਤੂੰ ਗਹਿਣੇ ਕਾਹਤੋਂ ਲਾਤੇ? ਤਾਂ ਮਾਤਾ ਜੀ ਨੇ ਆਖਿਆ ਵੀ ਪਤਾ ਨਹੀਂ, ਮੇਰੇ ਮਨ ਦੇ ਵਿੱਚ ਕੈਸੇ ਵਿਚਾਰ ਉਤਪੰਨ ਹੁੰਦੇ ਨੇ, ਹੁਣ ਮੇਰਾ ਜੀਅ ਨਹੀਂ ਕਰਦਾ ਇਹਨਾਂ ਗਹਿਣਿਆਂ ਨੂੰ ਪਾਉਣ ਨੂੰ, ਤੇ ਮੈਂ ਲਾ ਕੇ ਸੁੱਟ ਦਿੱਤੇ। ਫਿਰ ਆਖਿਆ ਵੀ ਇਹਨੂੰ ਪਾਉਣਾ ਤਾਂ ਹੈ ਨਹੀਂ ਮੈਂ, ਮਤਲਬ ਇਹਨਾਂ ਮੈਨੂੰ ਆਨੰਦ, ਮੇਰਾ ਮਨ ਪ੍ਰਸੰਨ ਹੋ ਰਿਹਾ, ਮੈਨੂੰ ਆਪ ਦਾ ਸਭ ਕੁਝ ਇੰਨਾ ਸੋਹਣਾ ਲੱਗ ਰਿਹਾ, ਸੋਹਣੀਆਂ ਫੀਲਿੰਗਸ ਹੋ ਰਹੀਆਂ ਵੀ ਗਹਿਣੇ ਮੈਨੂੰ ਇਹਦੇ ਅੱਗੇ ਤੁੱਛ ਜਾਪ ਰਹੇ ਨੇ, ਮੈਂ ਸਾਰੇ ਗਰੀਬਾਂ ਨੂੰ ਦਾਨ ਕਰਤੇ। ਤਾਂ ਪਿਤਾ ਜੀ ਬਾਬਾ ਕਲਿਆਣ ਚੰਦ ਬੜੇ ਪ੍ਰਸੰਨ ਹੋਏ। ਆਖਿਆ ਕੋਈ ਨਹੀਂ, ਉਹ ਜਣੇ ਰੱਬ ਨੇ ਆਪਾਂ ਨੂੰ ਸਭ ਕੁਝ ਦਿੱਤਾ, ਜੇ ਦਾਨ ਕਰਤੇ ਤਾਂ ਕੋਈ ਗੱਲ ਨਹੀਂ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜੋ ਆਉਣਾ ਸੀਗਾ। ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਤੁਸੀਂ ਦੱਸੋ ਵੀ ਗਹਿਣੇ ਉੱਥੇ ਕੀ ਕੰਮ, ਕੀ ਉਹਨਾਂ ਦੀ ਕੀਮਤ ਕਿਸੇ ਕੰਮ ਦੇ ਨਹੀਂ। ਤੇ ਇਸ ਵਾਸਤੇ ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਜਿਹੜਾ ਖਜ਼ਾਨਾ ਸਾਨੂੰ ਸਾਧ ਸੰਗਤ ਨੂੰ ਵਾਹਿਗੁਰੂ ਜੀ ਨੇ ਗੁਰੂਆਂ ਦੀ ਰਾਹੀਂ ਦਿੱਤਾ ਹੈ, ਉਹ ਖਜ਼ਾਨੇ ਦੀ ਆ ਹੀਰੇ ਮੋਤੀ ਸੋਨੇ ਜਵਾਹਰਾਤ, ਇਹ ਚਾਂਦੀ ਨੇ ਕੀ ਕੀਮਤ ਪਾ ਲੈਣੀ ਹੈ। ਇੱਕ ਵਾਰ ਰਾਏ ਭੋਏ ਦੀ ਤਲਵੰਡੀ ਮਹਾਰਾਜ ਪਹੁੰਚੇ ਤੇ ਕਹਿਣ ਲੱਗੇ ਵੀ ਜਾ ਮਰਦਾਨਿਆ, ਆਪਦੇ ਘਰਦਿਆਂ ਨੂੰ ਮਿਲਿਆ ਤੇ ਵੀਰ ਬਣ ਕੇ ਛੇਤੀ ਆ ਜਾਈ, ਕਿਉਂਕਿ ਮੇਰਾ ਜੀਅ ਨਹੀਂ ਲੱਗਦਾ ਤੈਥੋਂ ਬਗੈਰ, ਮੈਂ ਬਹੁਤਾ ਲੰਬਾ ਸਮਾਂ ਤੈਥੋਂ ਵਿਛੜ ਕੇ ਨਹੀਂ ਰਹਿ ਸਕਦਾ। ਕਹਿਣ ਲੱਗਾ ਹੂੰ, ਘਰ ਜਾ ਆਇਆ। ਮਰਾਸੀ ਜੂ ਸੀਗਾ, ਸਿੱਧੀ ਗੱਲ ਕਰ ਦਿੰਦਾ, ਘਰ ਮਹਾਰਾਜ ਮੈਂ ਮੂੰਹ ਵਿਖਾਉਣ ਜਾਣਾ, ਨਿਆਣੇ ਮੇਰੇ ਮਗਰ ਪੈਣਗੇ ਵੀ ਪਿਓ ਸਾਡਾ ਇੰਨੇ ਚਿਰ ਬਾਅਦ ਆਇਆ ਤੇ ਲੈ ਕੇ ਕੀ ਆਇਆ, ਦੱਸੋ ਮਹਾਰਾਜ ਕੀ ਦਿੱਤਾ ਤੁਸੀਂ? ਖਾਲੀ ਹੱਥ ਕੋਈ ਬੰਦਾ ਜਾਂਦਾ ਚੰਗਾ ਲੱਗਦਾ? ਘਰ ਕੋਈ ਪ੍ਰਸ਼ਾਦ ਹੀ ਦੇ ਦਿਓ। ਵਾਹਿਗੁਰੂ ਵਾਹਿਗੁਰੂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੈਸਾ ਜੀਵਨ ਸੀ ਸਾਹਿਬਾਂ ਦਾ, ਤੇ ਮਰਦਾਨਾ ਕਿੰਨਾ ਸੰਤੋਖੀ ਹੋਏਗਾ। ਵੇਖੋ ਅੱਜ ਗੁਰੂ ਨਾਨਕ ਸਾਹਿਬ ਇੱਥੇ ਹੋਣ ਤੇ ਆਪਾਂ ਮਹਾਰਾਜ ਨੂੰ ਸਾਰੀ ਦੁਨੀਆ ਦੀ ਮਾਇਆ ਲਿਆ ਕੇ ਦੇ ਦਈਏ। ਆ ਕਿੰਨੀਆਂ ਦੁਕਾਨਾਂ ਵੇਖੋ, ਕਿੰਨੇ ਡੱਬੇ ਆਖਰਾਂ ਦੇ ਮਾਰਗ, ਦੀਵਾਲੀ ਤੇ ਵੇਖੋ ਕਮਰੇ ਭਰ ਗਏ। ਜੇ ਮਹਾਰਾਜ ਹੋਣ ਤੇ ਮਰਦਾਨਾ ਜੀ ਹੋਣ ਤੇ ਉਹਨਾਂ ਨੂੰ ਲੱਡੂਆਂ ਨਾਲ ਤੋਲੀਏ, ਬਰਫੀ ਦੇ ਨਾਲ, ਉਹ ਸਮਾਂ ਵੇਖੋ ਸਾਹਿਬਾਂ ਦਾ, ਭਾਵੇਂ ਸਭ ਕੁਛ ਰੱਬ ਦਾ ਦਿੱਤਾ ਸਾਹਿਬਾਂ ਦੇ ਕੋਲ, ਪਰ ਮਹਾਰਾਜ ਦਾ ਜੀਵਨ ਵੇਖੋ। ਭਾਈ ਬਾਲੇ ਦੇ ਪਿਤਾ ਚੰਦਰਭਾਨ ਦੇ ਖੂਹ ਤੇ ਬੈਠੇ, ਰੜੇ ਮੈਦਾਨ, ਕੁਛ ਵੀ ਨਹੀਂ ਕੋਲ ਹੈ। ਇਹ ਵੀ ਨਹੀਂ ਵੀ ਪ੍ਰਸ਼ਾਦ ਦੇ ਦਿਆਂ, ਕੋਈ ਲੱਡੂ, ਕੋਈ ਬਰਫੀ, ਕੋਈ ਡੱਬਾ ਕਿਸੇ ਨੇ ਚੜਾਇਆ ਹੋਵੇ, ਕੋਈ ਕੜਾਹ ਪ੍ਰਸ਼ਾਦ ਦੀ ਦੇਗ। ਵੇਖੋ 2:30 ਵਜੇ ਦਾ ਪ੍ਰਸ਼ਾਦ ਬਣਿਆ ਤੇ ਰਾਤ ਦੇ 10 ਵਜੇ ਤੱਕ ਖੁੱਲੇ ਗੱਫੇ ਵਰਤਦੇ, ਕੋਈ ਕਿਸੇ ਨੂੰ ਨਾ ਨਹੀਂ, ਕੋਈ ਘਾਟ ਨਹੀਂ। ਦੇ 3 ਮੇਲ ਦਾ ਦੇਸੀ ਘਿਓ ਦਾ, ਕੱਲ੍ਹ 10ਵੀਂ ਹੈ, 2.5-3 ਕੁਇੰਟਲ ਦੇਸੀ ਘਿਓ ਲੱਗ ਜਾਂਦਾ। ਪੀਪਿਆਂ ਦੇ ਪੀਪੇ, 15 ਕਿਲੋ ਦਾ ਇੱਕ ਪੀਪਾ ਤੇ ਕਿੰਨੇ ਹੀ ਪੀਪੇ ਇਕੱਲੇ ਕੜਾਹ ਪ੍ਰਸ਼ਾਦ ਤੇ। ਬਾਕੀ ਤਾਂ ਗੱਲ ਵੱਖਰੀ ਹੈ। ਜੇ ਮਹਾਰਾਜ ਹੋਣ ਤੇ ਕਿੰਨੇ ਖੁਸ਼ ਹੋਣ। ਮੈਨੂੰ ਮਾਫ ਕਰਨਾ, ਗੁਰੂ ਸਾਹਿਬ ਹਾਜ਼ਰ ਨੇ, ਪਰ ਤੁਸੀਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਦੇ ਇਹ ਮਹਿਸੂਸ ਕਰੋ ਵੀ ਮਰਦਾਨੇ ਨੇ ਵੇਖੋ ਕਿੰਨਾ ਢਿੱਲਾ ਬਚਨ ਕੀਤਾ, ਸੱਚ ਬੋਲਿਆ, ਹੱਥ ਖਾਲੀ ਹੋਈ ਸੀਗੇ। ਤੇ ਗੁਰੂ ਮਹਾਰਾਜ ਕਹਿੰਦੇ ਮਰਦਾਨਿਆਂ ਲਿਆ ਝੋਲੀ ਕਰ। ਵੇਖੋ ਗੁਰੂ ਸਾਹਿਬ ਦੀ ਚੋਜ,
ਕਹਿੰਦਾ ਜੀ ਝੋਲੀ 'ਚ ਕੀ ਪਾਉਂਗੇ, ਤੁਹਾਡੇ ਕੋਲ ਕੁਛ ਹੈ ਤਾਂ ਨਹੀਂ। ਮਹਾਰਾਜ ਕਹਿੰਦੇ ਝੋਲੀ ਤਾਂ ਕਰ ਗੁਰਮੁਖਾ। ਸਾਹਿਬ ਗੁੱਸਾ ਨਹੀਂ ਸੀ ਕਰਦੇ। ਉਹਨੇ ਝੋਲੀ ਕੀਤੀ ਤੇ ਮਹਾਰਾਜ ਨੇ ਉੱਥੋਂ ਰੋੜ ਇਕੱਠੇ ਕੀਤੇ। ਰੋੜ ਇਕੱਠੇ ਕਰਕੇ ਵੱਡਾ ਸਾਰਾ ਬੁੱਕ ਭਰ ਕੇ ਝੋਲੀ 'ਚ ਪਾਤਾ। ਆਖਿਆ ਗੰਢ ਬੰਨ ਲਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਘਰ ਜਾ ਕੇ ਜੋ ਤੇਰੀ ਘਰ ਵਾਲੀ ਤੇਰੇ ਬੱਚੇ ਮੰਗਣ ਡਿਮਾਂਡ ਕਰਨ, ਉਹਨਾਂ ਨੂੰ ਪੁੱਛੀ ਵੀ ਤੁਹਾਨੂੰ ਕੀ ਚਾਹੀਦਾ। ਤੋ ਜੋ ਉਹ ਡਿਮਾਂਡ ਕਰਨ, ਜਿਹੜੀ ਭਾਵਨਾ ਨੂੰ ਮੁੱਖ ਰੱਖ ਕੇ ਆਪਦੇ ਮਨ 'ਚ ਸੋਚ ਕੇ ਤੂੰ ਗੰਢ ਖੋਲੇਗਾ, ਇਸ ਗੰਢ ਵਿੱਚੋਂ ਉਹੀ ਕੁਛ ਨਿਕਲੇਗਾ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਲਈ ਮਤਾਂ ਕੋਈ ਭੁਲੇਖੇ ਵਿੱਚ ਰਹੇ ਵੀ ਨਿਹੰਗ ਐਵੇਂ ਤੁਰੇ ਫਿਰਦੇ ਨੇ, ਜੁੱਤੀਆਂ ਟੁੱਟੀਆਂ ਦੇ ਪਾਟੇ ਚੋਲੇ ਤੇ ਗੰਦੇ ਕਛਹਿਰੇ। ਸੇਵਾਦਾਰਾਂ ਦਾ ਤਾਂ ਇਸ ਤਰ੍ਹਾਂ ਦਾ ਹੀ ਕੰਮ ਹੁੰਦਾ। ਹੁਣ ਜਿਹਨੇ ਲੱਕੜਾਂ ਦਾ ਬਾਲਣ ਡੋਣਾ, ਕੱਪੜੇ ਚਿੱਟੇ ਥੋੜ੍ਹੋ ਰਹਿਣੇ ਹਨ। ਸੇਵਾਦਾਰਾਂ ਦੇ ਤਾਂ ਮੈਲੇ ਹੋ ਹੀ ਜਾਂਦੇ ਨੇ। ਜੇ ਕੋਈ ਵੇਖ ਕੇ ਆਖੇ ਕਾਰਸੇ ਵਾਲੇ ਮਹਾਂਪੁਰਖ ਵੇਖੋ ਖੱਦਰ ਦਾ ਸਭ ਕੁਛ, ਪਰ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਠੰਡ ਦੇ ਦਿਨ ਨੇ ਜੁੱਤੀ ਪੈਂਦੀ ਹੋਈ ਨਹੀਂ, ਜਰਾਬ ਦਾ ਉਹ ਵੇਖ ਹੀ ਨਹੀਂ ਸਕਦੇ, ਕਿਉਂਕਿ ਕੰਮ ਹੀ ਇਸ ਤਰ੍ਹਾਂ ਦਾ ਹੈ ਗੁਰੂ ਘਰ ਦਾ, ਸੇਵਾ ਦਾ। ਅੱਡੀਆਂ ਫਟੀਆਂ ਹੋਈਆਂ ਤੇ ਇਸ ਵਾਸਤੇ ਜੇ ਕੋਈ ਵੇਖ ਕੇ ਆਖੇ ਵੀ ਐਵੇਂ ਹੀ ਹੈ, ਇਹ ਮਹਾਰਾਜ ਦਾ ਘਰ ਹੈ। ਇੱਥੇ ਬਖਸ਼ਿਸ਼ ਵਾਹਿਗੁਰੂ ਦੇ ਨਾਮ ਦੀ, ਮਨ ਦੀ ਸ਼ਾਂਤੀ, ਸਭ ਕੁਛ ਹੈ। ਪਾਤਸ਼ਾਹ ਫਰਮਾਉਂਦੇ ਹਨ, ਸਰਬ ਨਿਧਾਨ ਪੂਰਨ ਗੁਰਦੇਵ। ਜਿਹੜਾ ਸਾਡਾ ਗੁਰੂ ਹੈ, ਆਪਾਂ ਤਾਂ ਠੀਕ ਹੈ ਭੁੱਖੇ ਨੰਗੇ ਆ, ਤੁਹਾਡੀ ਗੱਲ ਸਹੀ ਹੈ ਵੀ ਸਾਡੇ ਪੱਲੇ ਹੈ ਕੱਖ ਨਹੀਂ, ਪਰ ਜੋ ਸਾਡਾ ਗੁਰੂ ਹੈ, ਜਿਹਨੂੰ ਆਪਾਂ ਮੰਨਦੇ ਹਾਂ, ਜਿਹਦਾ ਗਾਤਰਾ ਪਾਇਆ ਹੋਇਆ, ਉਹ ਪਾਤਸ਼ਾਹ ਹੈ। ਤੇ ਪਾਤਸ਼ਾਹ ਦਾ ਜਿਹੜਾ ਮਰਾਸੀ ਹੈ, ਢਾਡੀ ਗਾਉਣ ਵਾਲੇ ਮਰਾਸੀ ਹੁੰਦੇ ਸੀਗੇ ਵੀ ਜਜਮਾਨਾਂ ਤੋਂ ਬੜਾ ਚੰਗਾ, ਇਸ ਤਰ੍ਹਾਂ ਕਹਿ ਕਵਾ ਕੇ ਕੁਛ ਨਾ ਕੁਛ ਲੈਂਦੇ। ਇਉਂ ਸਾਡਾ ਜਿਹੜਾ ਜਜਮਾਨ ਹੈ, ਸਾਡਾ ਜਿਹੜਾ ਗੁਰੂ ਹੈ, ਉਹ ਪਾਤਸ਼ਾਹ ਹੈ। ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਜਿੱਥੇ ਰੱਖਿਆ ਵੈਕੁੰਠ ਤਥਾਈ, ਜਿੱਥੇ ਰੱਖਦਾ ਉਹਨੂੰ ਸੱਚਖੰਡ ਸਮਝ ਕੇ ਰਹਿਣਾ ਪੈਂਦਾ ਹੈ। ਮਹਾਰਾਜ ਸਭ ਖਜ਼ਾਨਿਆਂ ਕਰਕੇ ਲਬਾ ਲਬ ਭਰਿਆ ਹੋਇਆ ਹੈ। ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਨੌ ਨਿਧ ਤੇਰਾ ਸਗਲ ਨਿਧਾਨ, ਇੱਛਾ ਪੂਰਕ ਰੱਖੈ ਨਿਦਾਨ। ਤੂੰ ਮੇਰੋ ਪਿਆਰੋ ਤਾਂ ਕੈਸੀ ਭੂਖਾ, ਤੂੰ ਮਨ ਵਸਿਆ ਤਾਂ ਲੱਗੇ ਨਾ ਦੁੱਖ। ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਹਨ, ਹਰ ਹਰ ਨਾਮ ਜਪਤ ਨਰ ਜੀਵੇ। ਜੋ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ, ਉਹੀ ਗੁਰਮੁਖ ਪੁਰਸ਼ ਆਤਮਿਕ ਜੀਵਨ ਕਰਕੇ ਜਿਉਂਦੇ ਜਾਂ ਜੀਵਨ ਮੁਕਤੀ ਦੀ ਪ੍ਰਾਪਤੀ ਵਾਲੇ ਹਨ। ਮਰ ਖੁਆਰ ਸਾਖਤ ਨਰ ਥੀਵੇ। ਜਿਹੜੇ ਕਠੋਰ ਚਿੱਤ ਵਾਲੇ ਪਤਿਤ ਪੁਰਸ਼ ਨਾਮ ਤੋਂ ਹੀਣੇ ਹੋਣ ਕਰਕੇ ਮੌਤ ਦੇ ਮਾਰੇ ਹੋਏ, ਮਰ ਕੇ ਨਰਕਾਂ 'ਚ ਪੈ ਕੇ ਖੇ ਖਰਾਬੀ ਹੁੰਦੇ ਨੇ, ਜਾਂ ਕਾਮ ਆਦਿਕ ਵਿਕਾਰਾਂ 'ਚ ਲੱਗਣ ਕਰਕੇ ਖੇ ਖਰਾਬ ਹੁੰਦੇ ਰਹਿੰਦੇ ਹਨ। ਵਿਕਾਰਾਂ ਦੇ ਵਿੱਚ ਉਹਨਾਂ ਦੀ ਧੂੜ ਉੱਡਦੀ ਹੈ। ਰਾਮ ਨਾਮ ਹੁਆ ਰਖਵਾਰਾ। ਗੁਰਮੁਖ ਜਨਾਂ ਵਾਸਤੇ ਰਾਮ ਪਰਮੇਸ਼ਰ ਦਾ ਨਾਮ ਹੀ ਹਰ ਥਾਂ ਰੱਖਿਆ ਕਰਨ ਵਾਲਾ ਹੋਇਆ ਹੈ। ਝੱਖ ਮਾਰੋ ਸਾਖਤ ਵਿਚਾਰਾ। ਜਿਹੜਾ ਸਾਖਤ ਕਹਿੰਦੇ ਸ਼ਕਤੀ ਦਾ ਉਪਾਸ਼ਕ ਹੈ। ਸ਼ਕਤੀ ਲੋਕਾਂ ਨੇ ਮਾਇਆ ਨੂੰ ਮੰਨਿਆ, ਜੋ ਕੇਵਲ ਮਾਇਆ ਨੂੰ ਹੀ ਮੰਨਦਾ। ਐਸਾ ਕਠੋਰ ਚਿੱਤ ਵਾਲਾ ਵਿਚਾਰਾ ਤੁਸ਼ ਪੁਰਸ਼ ਵਿਅਰਥ ਝੱਖਾਂ ਹੀ ਮਾਰਦਾ ਰਹਿੰਦਾ ਹੈ। ਗਿਆਨ ਨਾਲ ਗੱਲਾਂ ਹੀ ਢੂੰਢੀ ਹੈ। ਮਹਾਰਾਜ ਕਹਿੰਦੇ ਗੱਲਾਂ ਨਾਲ ਗਿਆਨ ਨਹੀਂ ਮਿਲਦਾ। ਜਿਉ ਨਿਗੁਰਾ ਬਹੁ ਬਾਤਾਂ ਜਾਣ, ਨਿਗੁਰਾ ਬੰਦਾ ਬਹੁਤੀਆਂ ਗੱਲਾਂ ਬਾਤਾਂ ਮਾਰਨੀਆਂ ਜਾਣਦਾ। ਆਮ ਗੁਰਮੁਖ ਨੂੰ ਗੱਲ ਵੀ ਨਹੀਂ ਆਉਂਦੀ, ਨਾ ਉਹ ਕਰਨ ਦਿੰਦਾ। ਜਿਉ ਨਿਗੁਰਾ ਬਹੁ ਬਾਤਾਂ ਜਾਣੇ, ਉਹ ਹਰ ਦਰਗੇ ਹੈ ਭ੍ਰਸ਼ਟੀ, ਪਰ ਉਹ ਹਰੀ ਦੀ ਦਰਗਾਹ ਦੇ ਵਿੱਚ ਭ੍ਰਿਸ਼ਟਿਆ ਜਾਂਦਾ, ਕਿਉਂਕਿ ਗੱਲਾਂ ਕੰਮ ਨਹੀਂ ਆਉਂਦੀਆਂ। ਗੱਲ ਹੀ ਅਲਪ ਲਾਲੀ ਆ, ਕੰਮ ਨਾ ਵੇ ਮਿੱਤ। ਉੱਥੇ ਤਾਂ ਨਾਮ ਦਾ ਅਭਿਆਸ ਹੀ ਕੰਮ ਆਉਂਦਾ ਹੈ। ਇਸ ਲਈ ਜਿਹੜੇ ਸੰਤ ਹੁੰਦੇ ਨੇ, ਅਸਲੀ ਸੰਤ, ਉਹ ਬੜੀ ਸਿਫਾਰਿਸ਼ ਨਾਲ ਬੋਲਦੇ ਨੇ। ਉਹਨਾਂ ਨੂੰ ਬੁਲਾਉਣਾ ਹੋਵੇ, ਇੱਕ ਤਾਂ 100 ਰੁਪਈਆ ਮੱਥਾ ਟੇਕੋ, ਦੂਜਾ ਬੰਦਾ ਨਾਲ ਲੈ ਕੇ ਜਾਓ।
ਜਾਂ ਸੇਵਾਦਾਰ ਨਾਲ ਗਾਂਢ ਸਾਂਢ ਕੋਈ ਮਿੱਤਰਤਾ ਪਾਓ ਵੀ ਬਾਬਿਆਂ ਨੂੰ ਬੁਲਾਓ, ਫਿਰ ਕਿਤੇ 1 ਜਾਂ 2 ਵਚਨ ਕਰਦੇ ਨੇ ਮਸਾਂ ਹੀ। ਹੰਸਾਲੀ ਵਾਲੇ ਮਹਾਂਪੁਰਖ ਬਸ ਇੱਕੋ ਹੀ ਕਹਿੰਦੇ ਵੀ ਕਿਰਪਾ, ਬਸ ਦੂਜੀ ਗੱਲ ਨਹੀਂ ਕਰਨੀ। ਮੈਂ ਤਾਂ ਕਦੀ ਬੋਲਦੇ ਵੇਖੇ ਹੀ ਨਹੀਂ, ਕਦੀ ਵੀ ਨਹੀਂ ਸੁਣਿਆ ਉਹਨਾਂ ਦਾ ਵਚਨ। ਆਉਂਦੇ ਜਾਂਦੇ ਦਰਸ਼ਨ ਹੁੰਦੇ ਪਰ ਵਚਨ ਨਹੀਂ ਸੁਣਿਆ। ਜਿਨ੍ਹਾਂ ਮਹਾਂਪੁਰਖਾਂ ਦੇ ਚਰਨਾਂ ਦੀ ਆਪਾਂ ਮੌਜ ਮਾਣੀ 15-20 ਸਾਲ, ਤੇ ਉਹ ਵੀ ਨਹੀਂ ਸੀ ਬੋਲਦੇ। ਜੇ ਬੋਲਦੇ ਤਾਂ ਸਮਝ ਹੀ ਨਹੀਂ ਆਉਣੀ, ਕੰਨ ਲਾਗੇ ਕਰਕੇ ਮਸਾਂ ਹੀ ਸਮਝਣਾ, ਤੇ ਉਹਨਾਂ ਗੁੱਸਾ ਕਰਨਾ ਵੀ ਮੈਂ ਬਾਰ-ਬਾਰ ਕਹੀ ਜਾ ਰਿਹਾ। ਤੇ ਇਸ ਵਾਸਤੇ ਕਿਉਂ ਨਹੀਂ ਬੋਲਦੇ? ਕਿਉਂਕਿ ਉਹਨਾਂ ਦਾ ਮਨ ਸ਼ਾਂਤ ਹੈ। ਬਾਕੀ ਬਚਨ ਪੂਰਾ ਹੁੰਦਾ, ਇਸ ਲਈ ਸੋ ਕਹਿੰਦੇ ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਭਰਿਆ ਹੋਏ ਸੋ ਕਬੋ ਨਾ ਡੋਲੇ। ਸਾਹਿਬਾਂ ਦਾ ਹੁਕਮ ਹੈ ਬੋਲ ਹਰ ਨਾਮ, ਬਾਣੀ ਬੋਲਦੇ ਨੇ, ਨਾਮ ਬੋਲਦੇ ਨੇ। ਸਫਲ ਸਾਹ ਕਰੀ ਉਹ ਕੜੀ ਸਫਲ ਹੈ। ਤੋ ਇਸ ਲਈ ਜਿਹੜੇ ਸਾਗਤ ਪੁਰਸ਼ ਨੇ ਉਹ ਕੇਵਲ ਗੱਪਾਂ ਹੀ ਮਾਰਦੇ ਨੇ, ਬੱਕੜਵਾਦ ਹੀ ਕਰਦੇ ਨੇ, ਬੋਲਣਾ ਬਹੁਤਾ ਆਉਂਦਾ। ਜਿਹੜਾ ਰੱਬ ਦਾ ਬੰਦਾ ਉਹ ਤਾਂ ਬੋਲਦਾ ਹੀ ਨਹੀਂ ਹੈ। ਤੁਸ਼ ਪੁਰਸ਼ ਝੱਖਾਂ ਮਾਰਦਾ, ਵਿਅਰਥੀ ਬਕਵਾਦ ਕਰਦਾ ਰਹਿੰਦਾ ਹੈ, ਨਿੰਦਿਆ ਚੁਗਲੀ ਵਿੱਚ ਪਿਆ ਰਹਿੰਦਾ ਹੈ। ਨਿੰਦਾ ਕਰ ਕਰ ਪਚਹਿ ਕਨੇਰੇ। ਕਨੇਰੇ ਅਨੇਕਾਂ ਹੀ ਸਾਖਤ ਪੁਰਖ ਗੁਰਮੁਖ ਜਨਾਂ ਦੀ ਨਿੰਦਿਆ ਅਪਕੀਰਤੀ ਕਰਕੇ ਨਰਕਾਂ ਦੀ ਅੱਗ ਦੇ ਵਿੱਚ ਪੈ ਕੇ ਸੜਦੇ ਨੇ। ਇੱਕ ਤਾਂ ਮੈਂ ਸੜਦਾ ਅੱਖਾਂ ਨਾਲ ਵੇਖਿਆ ਹੈ, ਆਪੂਲਾ ਨਿਹੰਗ ਨਾਮ ਮਹਾਰਾਜ ਦਾ, ਬਾਣਾ ਗੁਰੂ ਸਾਹਿਬ ਦਾ, ਤੇ ਜੀਵਨ ਤੁਰਕਾਂ ਵਾਲਾ ਮਹਾਂਪੁਰਖਾਂ ਦਾ ਨਾਂ ਸੀ ਮਹਾਂਪੁਰਖ ਸੰਤ ਗਿਆਨੀ ਠਾਕੁਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਉਹਨਾਂ ਦਾ ਪੁੱਠਾ ਨਾਂ ਉਹਨੇ ਲਿਆ ਇੱਕ ਵਾਰ। ਲੋਕ ਬੜੇ ਸ਼ੈਤਾਨ ਕਿਸਮ ਦੇ ਨੇ, ਉਹ ਤਾਂ ਗੁਰਮੁਖ ਜਾਣ ਕੇ ਮਿਲਣ ਵਾਸਤੇ ਗਏ ਤੇ ਸਿੰਘਾਂ ਦੇ ਭਲੇ ਲਈ ਵੀ ਤੇਰੀ ਗਾਂਢ ਸਾਂਢ ਪੈਸੇ ਲੈ ਲਈ ਵੀ ਮੇਰਾ ਮੁੰਡਾ ਬਚਾ ਦੇ। ਬਾਣੀ ਸੁਣਾਉਂਦਾ ਹੁੰਦਾ ਸੀ ਸੁੱਖ, ਤੇ 5 ਲੱਖ ਦਾ ਸੌਦਾ ਹੋਇਆ। ਉਹਨੇ ਫੋਟੋ ਲਾ ਕੇ ਆਖਿਆ ਵੀ ਆਹ ਵੇਖੋ, ਪੁੱਠਾ ਨਾ ਲਿਆ ਵਿਗਾੜ ਕੇ। ਉਹ ਇੰਨਾ ਚੁਭਿਆ, ਬਾਬਾ ਜੀ ਕਹਿੰਦੇ ਖਹਿੜਾ ਛੱਡ ਦੇ, ਕੁਛ ਨਾ ਆਖੋ, ਆਪੇ ਰੱਬ ਵੇਂਦਾ, ਇਹਨੇ ਜਿਉਂਦਾ ਛੱਡਣਾ। ਤੋ ਜਿਹੜੇ ਵਿੱਚ ਪੈ ਕੇ ਮਿਲਾਉਣ ਵਾਲੇ ਉਹਨਾਂ ਨੂੰ ਵੀ ਪਾਰ ਬੁਲਾਤਾ। ਮੁੰਡਾ ਤਾਂ ਗਿਆ ਹੀ ਗਿਆ। ਕਹਿੰਦੇ ਵੀ ਮੇਰੇ ਪੈਸੇ, ਕਹਿੰਦੇ ਮੁੰਡਾ ਸਾਡਾ ਤੂੰ ਬਚਾਇਆ ਨਹੀਂ, ਪੈਸੇ ਕਾਹਦੇ? ਤੋ ਇਸ ਵਾਸਤੇ ਬਾਬਾ ਰੇਸ਼ਮ ਸਿੰਘ ਜੀ ਇੰਨੇ ਉਪਦਰਵ ਤੇ ਪਾਪ ਕੀਤੇ, ਇੰਨੀ ਮਿੱਟੀ ਉਡਾਈ, ਰੱਬ ਹੀ ਜਾਣਦਾ ਹੈ। ਤੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਦਿਖਾਇਆ। ਮਹਾਂਪੁਰਖਾਂ ਭਜਨ ਕੀਤਾ ਵੀ ਇਹਦਾ ਖਹਿੜਾ ਨਾ ਕਰੋ, ਮੁੰਡਿਓ ਛੱਡ ਦਿਓ, ਕਿਉਂਕਿ ਪਾਲਕੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਲਕੁਲ ਨਾਲ ਹੁੰਦੀ ਸੀ। ਜਦ ਵੀ ਕਿਤੇ ਨਿਗਾਹ ਹੇਠ ਆਉਣਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਢਾਲ ਬਣਾ ਲੈਣਾ, ਕਦੀ ਗੁਟਕਾ ਹੱਥ 'ਚ ਹੋਣਾ। ਤੋ ਇਸ ਵਾਸਤੇ ਮਹਾਂਪੁਰਖ ਕਹਿੰਦੇ ਵੀ ਖਹਿੜਾ ਛੱਡ ਦਿਓ, ਆਪੇ ਰੱਬ ਵੇਖੂਗਾ। ਤੋ ਪ੍ਰਮਾਤਮਾ ਨੇ ਆਪ ਖੁਦ ਵੇਖਿਆ, ਜਿਉਂਦਾ ਸੜਿਆ 90% ਤੇ ਤਰਲੇ ਮਾਰਦਾ ਚੜ੍ਹਾਈ ਕੀਤਾ, ਕਿਸੇ ਬਾਤ ਨਹੀਂ ਪੁੱਛੀ। ਜਿੰਨੇ ਮਿੱਤਰ ਦੋਸਤ ਉਹ ਅਜੇ ਵੀ ਜਿਉਂਦੇ ਨੇ, ਜਿਹੜੇ ਨਾਲ ਬਹਿ ਕੇ ਰੋਟੀ ਖਾਂਦੇ, ਹਿੱਸਾ ਵਡਾਉਂਦੇ, ਸਭ ਦੂਰ ਹੋ ਗਏ। ਤੋ ਇਸ ਵਾਸਤੇ ਜਿਹੜੇ ਬੰਦੇ ਸੰਤਾਂ ਦੀ ਨਿੰਦਿਆ ਕਰਦੇ ਨੇ, ਮੈਂ ਤਾਂ ਜਿਹੜਾ ਕੋਈ ਆਖੇ ਉਹਨੂੰ ਹੱਥ ਜੋੜ ਕੇ ਕਹਿ ਦਈਦਾ, ਭਾਈ ਆਪਾਂ ਜਾਣਦੇ ਹਾਂ, ਤੂੰ ਨਹੀਂ ਜਾਣਦਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਲੋਕ ਜੋ ਮੂੰਹ ਆਇਆ ਬੋਲੀ ਜਾ ਰਹੇ ਨੇ, ਜਿਨ੍ਹਾਂ ਵੇਖਿਆ ਤੱਕ ਨਹੀਂ, ਉਹਨਾਂ ਨੂੰ ਜਾਣਿਆ ਨਹੀਂ। ਕਿਤਾਬਾਂ 'ਚ ਤਾਂ ਕਈ ਕੁਛ, ਅਖਬਾਰਾਂ ਦੇ ਵਿੱਚ ਬੜਾ ਕੁਛ। ਤੇ ਇਸ ਵਾਸਤੇ ਜਿਹੜਾ ਨਿੰਦਿਆ ਕਰਦਾ ਹੈ ਉਹਦਾ ਆਪ ਦਾ ਨੁਕਸਾਨ ਹੈ। ਕਿਸੇ ਵੀ ਸਾਧੂ ਸੰਤ ਦੀ ਬਿਲਕੁਲ ਨਿੰਦਿਆ ਨਾ ਕਰੋ। ਕਈਆ ਮਹਾਂਪੁਰਖ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਧੁੰਮਾ ਇਹਨਾਂ ਦਾ ਨਗਰ ਹੈ, ਤੁਹਾਡੇ ਨਜ਼ਦੀਕ, ਤੁਹਾਡੇ ਪਿੰਡ ਦੇ ਵੈਦਵਾਨ ਜੱਟ ਨੇ, ਵੈਦਵਾਨ ਨੇ। ਇਹਨਾਂ ਦੇ ਬਜ਼ੁਰਗ ਇੱਥੋਂ ਉੱਠ ਕੇ ਧੁੰਮੇ ਗਏ ਤੇ ਉਹਨਾਂ ਦਾ ਛੋਟਾ ਨਾਂ ਲੈ ਕੇ ਬਹੁਤ ਨਿੰਦਿਆ ਕਰਦੇ। ਆਖੀਦਾ ਭਾਈ ਸਾਡੇ ਨੂੰ ਤਾਂ ਚੰਗੇ ਹੀ ਨੇ, ਅਸੀਂ ਤਾਂ ਆਪਦੇ ਬੱਚਿਆਂ 'ਚ ਬੈਠੇ ਹਾਂ, ਬੱਚਿਆਂ ਦੀ ਪਾਲਣਾ, ਸਾਨੂੰ ਆਪਦੇ ਟੱਬਰ ਦਾ ਫਿਕਰ ਹੈ। ਬੰਦਾ ਸੋਚੇ
ਵੀ ਇੰਨੀ ਗੱਲ ਦੀ ਹੋਈ ਵਿਸ਼ੇਸ਼ਤਾ ਹੈ ਵੀ ਉਹ ਬੇਹੰਗਮ ਨੇ। ਔਰ ਜੋ ਵੀ ਕੁਛ ਹੈ ਤੁਸੀਂ ਧੁੰਮੇ ਪਿੰਡ ਮੇਰੇ ਆਖੇ ਅੱਜ ਹੀ ਭਾਵੇਂ ਚਲ ਜਿਓ, ਔਰ ਪੁੱਛਿਓ ਵੀ ਉਹਨਾਂ ਦਾ ਘਰ ਕਿੱਥੇ ਆ, ਤੇ ਤੁਹਾਨੂੰ ਘਰ ਉਂਝ ਦਾ ਹੀ ਮਿਲੂਗਾ ਜਦੋਂ ਦਾ ਉਹ ਛੱਡ ਕੇ ਗਏ ਨੇ। 10 ਸਾਲ ਅਮਰੀਕਾ 'ਚੋਂ ਬੰਦਾ ਰਿਹਾ, 1 ਰੁਪਈਆ ਵੀ ਕਾਣੀ ਕੌਡੀ ਆਪਦੇ ਪਿਓ ਦੀ ਤਲੀ ਤੇ ਨਹੀਂ ਰੱਖੀ। ਉਹ ਰੌਲਾ ਪਾਉਂਦਾ ਹੀ ਮਰ ਗਿਆ। ਕੋਈ ਘਰ ਨਹੀਂ ਬਣਾਇਆ, ਕਿਸੇ ਕਿਸਮ ਨਾਲ ਕੋਈ ਜਾਇਦਾਦ ਨਹੀਂ ਬਣਾਈ, ਆਪ ਦਾ ਕੁਛ ਨਹੀਂ। ਜੇ ਹੁਣ ਹੈ ਤਾਂ ਉਹ ਸਾਡਾ ਹੈ, ਉਹ ਸੰਗਤ ਦਾ ਹੈ। ਤੇ ਇਸ ਵਾਸਤੇ ਮਤਾਂ ਕੋਈ ਨਿੰਦਿਆ ਚੁਗਲੀ 'ਚ ਪੈ ਕੇ ਤੇ ਆਪ ਦਾ ਜੀਵਨ ਬਰਬਾਦ ਕਰੇ। ਮਹਾਰਾਜ ਕਹਿੰਦੇ ਹਨ, ਨਿੰਦਾ ਕਰ ਕਰ ਪਚੈ ਕਨੇਰੇ। ਅੱਜ ਕੱਲ ਲੋਕਡਾਊਨ ਚੱਲ ਰਿਹਾ, ਦੁਨੀਆ ਨੂੰ ਇੱਕੋ ਹੀ ਕੰਮ ਹੈ, ਹੋਰ ਕੋਈ ਕੰਮ ਨਹੀਂ। ਸਭ ਕੰਮ ਕਰਪਟ ਹੋਏ ਪਏ ਨੇ। ਵਿਹਲੀ ਦੁਨੀਆ ਉਹ ਫੇਸਬੁੱਕ ਤੇ ਬਸ ਨਿੰਦਿਆ ਹੀ ਕਰੀ ਜਾ ਰਹੀ ਹੈ। ਸੰਗਤ ਦੀ ਨਿੰਦਿਆ, ਸਾਧੂਆਂ ਦੀ ਨਿੰਦਿਆ ਦੇ ਵਿੱਚ ਗੁਰਮੁਖ ਜਨਾਂ ਦੀ ਅਪਕੀਰਤੀ ਕਰਕੇ ਸਾਕਤ ਪੁਰਖ ਨਰਕਾਂ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਨੇ। ਇੱਥੇ ਵੀ ਈਰਖਾ ਦੀ ਅੱਗ ਸੜਦੇ ਤੇ ਨਰਕਾਂ 'ਚ ਵਿਸ਼ਟਾ ਦੇ ਕੀੜੇ ਬਣ ਕੇ ਪੈਣਗੇ। ਇਸ ਲਈ ਭਲੇ ਪੁਰਸ਼ ਦੀ, ਸਾਧੂ ਸੰਤ ਦੀ, ਕਿਸੇ ਸੰਸਥਾ ਦੇ ਜ਼ਿੰਮੇਵਾਰ ਦੀ ਐਵੇਂ ਤਾਂ ਬੰਦਾ ਕੋਈ ਮੁਖੀ ਬਣਦਾ ਨਹੀਂ। ਆਪਾਂ ਕਿਉਂ ਨਹੀਂ ਬਣ ਗਏ? ਇੱਥੇ ਲੋਕ ਜ਼ੋਰ ਲਾ ਲਾ ਹੰਭ ਗਏ, ਉਹ ਅਜੇ ਏਅਰਪੋਰਟ ਤੇ ਵੀ ਨਹੀਂ ਉਤਰਿਆ ਤੇ ਉਹ ਪਹਿਲਾਂ ਹੀ ਸਿੰਘਾਂ ਨੇ ਚੁਣ ਲਿਆ। ਦੱਸੋ ਕੋਈ ਗੱਲ ਹੈ ਰੱਬ ਵੱਲੋਂ ਤਾਂ ਫੇਰ ਹੀ ਹੈ। ਤਖਤ ਦਾ ਜਥੇਦਾਰ ਆਪਾਂ ਕਿਉਂ ਨਹੀਂ ਬਣ ਗਏ? ਕੋਈ ਮਹਾਰਾਜ ਨੇ ਕੋਈ ਵਿਧੀ ਬਣਾਈ ਹੈ ਤਾਂ ਕੋਈ ਤਖਤ ਦੇ ਉੱਪਰ ਬੈਠਾ ਜਾ ਕੇ। ਹੈਡ ਗ੍ਰੰਥੀ ਦਰਬਾਰ ਸਾਹਿਬ ਦਾ ਐਵੇਂ ਕਿਵੇਂ ਥੋੜ੍ਹਾ ਕੋਈ ਬਾਤ ਹੈ, ਅਸੀਂ ਕਿਉਂ ਨਹੀਂ ਬਣ ਗਏ? ਉਹ ਵਾਹਿਗੁਰੂ ਦੀ ਕਿਰਪਾ ਹੀ ਹੈ। ਕੁਛ ਨਾ ਕੁਛ ਵਿਸ਼ੇਸ਼ ਹੈ ਸਾਡੇ ਨਾਲੋਂ, ਤਾਂ ਹੀ ਇਹ ਕੁਛ ਹੈ। ਇੱਕੋ ਹੀ ਕੰਮ ਰਹਿ ਗਿਆ ਵੀ ਤਖਤਾਂ ਦੀ ਨਿੰਦਿਆ, ਗੁਰੂ ਘਰ ਦੀ ਨਿੰਦਿਆ, ਸੇਵਾਦਾਰਾਂ ਦੀ ਨਿੰਦਿਆ। ਸਾਡੇ ਬੱਚੇ ਦੱਸੋ ਕੀ ਸਿੱਖਿਆ ਲੈਣਗੇ? ਜਿਨ੍ਹਾਂ ਦੇ ਕੋਲੋਂ ਸਿੱਖਿਆ ਲੈਣੀ ਹੈ ਉਹਨਾਂ ਨੂੰ ਤਾਂ ਆਪਾਂ ਮਾੜਾ ਕਹਿ ਰਹੇ ਹਾਂ, ਫਿਰ ਗੁਰੂ ਘਰ ਵਿੱਚੋਂ ਸਿੱਖਿਆ ਕਿੱਥੋਂ ਲਾਂਗੇ? ਮਹਾਰਾਜ ਕਹਿੰਦੇ ਵੀ ਗੁਰਮੁਖ ਤਾਂ ਆਪਦੀ ਮੌਜ ਮਾਣਦੇ ਨੇ, ਨਾਮ ਅਭਿਆਸ ਦੀ, ਪਰ ਸਾਖਤਾਂ ਨੂੰ ਇੱਕੋ ਹੀ ਕੰਮ ਹੈ ਨਿੰਦਿਆ ਦਾ। ਮਿਰਤਕ ਫਾਸ ਗੱਲਾਂ ਸਿਰ ਪੈਰੇ। ਮੌਤ ਦੀ ਫਾਹੀ ਉਹਨਾਂ ਦੇ ਗਲੇ ਤੋਂ ਲੈ ਕੇ ਸਿਰ ਤੇ ਪੈਰਾਂ ਤੱਕ ਸਾਰੀ ਪੈ ਜਾਂਦੀ ਹੈ। ਮਿਰਤਕ ਫਾਸ ਗੱਲਾਂ ਸਿਰ ਪੈਰੇ। ਗਲ 'ਚ ਮੌਤ ਦੀ ਫਾਹੀ ਤੇ ਸਿਰ 'ਚ ਚਰਨ ਭਾਵ ਜੁੱਤੀਆਂ ਪੈਣਗੀਆਂ, ਜੁੱਤੀਆਂ ਖਾਂਦੇ ਮਰਨਗੇ। ਮਿਰਤਕ ਫਾਸ ਗਲਾ ਸਿਰ ਪੈਰੇ। ਗਲੇ 'ਚ ਮੌਤ ਦੀ ਫਾਹੀ ਪੈਣ ਵੇਲੇ ਸਿਰ ਪੈਰਾਂ ਵੱਲ ਤੇ ਪੈਰ ਸਿਰ ਵੱਲ, ਭਾਵ ਉਲਟਾ ਕਰਕੇ ਲਮਕਾਇਆ ਜਾਏਗਾ। ਜਿਨ੍ਹਾਂ ਮੁੰਡੇ ਮਾਰ ਕੇ ਪੈਸੇ ਖਾਧੇ ਤੇ ਤਮਗੇ ਲਵਾਏ, ਸਟਾਰ ਲਵਾਏ, ਉਹ ਰੇਲ ਗੱਡੀ ਹੇਠ ਆ ਕੇ ਮਰੇ ਨੇ ਤੇ ਕੁਝ ਅਜੇ ਵੀ ਤਰਲੇ ਮਾਰ ਰਹੇ ਨੇ। ਕੋਈ ਬਾਤ ਨਹੀਂ ਪੁੱਛਦਾ। ਜਿੰਨਾ ਚਿਰ ਕੰਮ ਦੇ ਉਹਨਾਂ ਚਿਰ ਜੈ ਜੈਕਾਰ ਹੈ। ਜਦੋਂ ਕੰਮ ਨਿਭ ਜਾਏ ਨੀਤੀਵਾਨ ਬੰਦੇ ਮਾਰ ਕੇ ਲੱਤ ਦੀ ਖੂਹ ਸੁੱਟ ਦਿੰਦੇ, ਜਿੱਥੇ ਕੋਈ ਆਵਾਜ਼ ਵੀ ਨਾ ਪੁੱਛੇ, ਸੁਣੇ ਨਾ। ਇਸ ਲਈ ਮਹਾਰਾਜ ਕਹਿੰਦੇ ਵੀ ਇੱਕੋ ਹੀ ਸੱਚੀ ਗੱਲ ਜੇ, ਪੱਲੇ ਬੰਨ ਕੇ ਲੈ ਜਾਓ। ਕਹੋ ਨਾਨਕ ਜਪ ਹੈ ਜਨ ਨਾਮ। ਗੱਜ ਕੇ ਕਹਿ ਦੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹੜੇ ਪੁਰਖ ਰੱਬ ਦਾ ਨਾਮ ਜਪਦੇ ਨੇ ਤਾਂ ਕਿ ਨਿਗਟ ਨਾ ਆਵੈ ਜਾਮ। ਉਹਨਾਂ ਦੇ ਨੇੜੇ ਯਮਦੂਤ ਵੀ ਨਹੀਂ ਆਉਂਦਾ, ਜੰਮਣ ਮਰਨ ਦਾ ਦੁੱਖ ਤੱਕ ਨੇੜੇ ਨਹੀਂ ਆਉਂਦਾ। ਤੇ ਜਿਹੜੇ ਮਹਾਰਾਜ ਦਾ ਨਾਮ ਨਹੀਂ ਜਪਦੇ, ਨਿੰਦਿਆ ਵਿੱਚ ਪਏ ਹੋਏ ਨੇ, ਉਹ ਹਮੇਸ਼ਾ ਦੁਖੀ ਰਹਿੰਦੇ ਹਨ। ਗੁਰੂ ਸਾਹਿਬ ਦੀ ਕਿਰਪਾ ਹੋਵੇ, ਸਾਡੇ ਮਨਾਂ ਵਿੱਚ ਉਪਦੇਸ਼ ਵਸ ਜਾਏ ਜੀ। ਭੁੱਲ ਚੋਂ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਨਿੰਦਾ ਕਰ ਕਰ ਪਚੈ ਕਨੇਰੇ। ਮਿਰਤਕ ਫਾਸ ਗਲਾ ਸਿਰ ਪੈਰੇ। ਕਹੋ ਨਾਨਕ ਜਪ ਹੈ ਜਨ ਨਾਮ, ਤਾਕੇ ਨਿਕਟ ਨ ਆਵੈ ਜਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਸਤਿਗੁਰ ਤੋਂ ਪਾਇਆ ਸਹਿਜ ਸਿੱਧੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਬਦੋ ਤੰਗਾਵੋ ਹਰੀ ਕੀਰ ਮਨ।